सोरठ महला पहला ते तुकी। आसा मनसा बंधनी भाई। कर्म धर्म बंधकारी। पाप पुण्य जग जाया पाई। बिनसै नाम विसारी। एह माया जग मोहनी भाई। कर्म सभे बेकारी। आसा मनसा बंधनी भाई। कर्म धर्म बंधकारी। पाप पुण्य जग जाया पाई। बिनसै नाम विसारी। एह माया जग मोहनी भाई। कर्म सभे बेकारी। सोन पंडित कर्मकारी। जित कर्म सुख उपजै भाई। सो आत्म तत् विचारी। सोन पंडित कर्मकारी। जित कर्म सुख उपजै भाई। सो आत्म तत् विचारी। रहाओ। वाहिगुरु जी का खालसा, वाहिगुरु जी की फतेह। जुगो जुग अटल भगत वशल। पतित पावन दसां पातशाहियां दी जोत ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ, ਦੇਸ਼ ਵਿਦੇਸ਼ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰੂ ਸੰਗਤ ਦੀ ਜੁਗਤ ਦੁਆਰਾ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸਾਨੂੰ ਮੁਖਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਪਾਵਨ ਮੁਖਵਾਕ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ, ਉੱਥੇ ਅੱਜ ਦਾ ਇਹ ਪਾਵਨ ਦਿਹਾੜਾ ਸਹਿਬੇ ਕਮਾਲ ਪੁਰਖ ਭਗਵੰਤ ਨੀਲੇ ਦੇ ਸ਼ਾਹ ਸਵਾਰ ਗੁਰੂ ਨਾਨਕ ਜੋਤ ਦੇ 10ਵੇਂ ਵਾਰਿਸ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਭਾਵਨਾ ਸਹਿਤ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਤਖਤ ਸ੍ਰੀ ਪਟਨਾ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੁੱਚੇ ਸੰਸਾਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਜਿਹੜੇ ਗੁਰਸਿੱਖ ਪਿਆਰ ਨਾਲ ਭਾਵਨਾ ਨਾਲ ਜੁੜ ਕੇ ਗੁਰਪੁਰਬ ਕਰਦੇ ਨੇ, ਮਨਾਉਂਦੇ ਨੇ, ਭਾਈ ਗੁਰਦਾਸ ਜੀ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਨ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਹਿਬੇ ਕਮਾਲ
ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਾਰੇ ਇੱਕ ਵਾਰ ਗੁਰੂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਵਰਸੋਏ ਹੋਏ ਧਰਮ ਹੇਤ ਗੁਰਦੇਵ ਪਠਾਏ, ਪਰਮ ਪੁਰਖ ਦੇ ਦਾਸਰੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਗਰੀਬ ਨਵਾਜ ਜੀ ਨੇ ਆਪਣੀ 42 ਸਾਲ ਦੀ ਸਰੀਰਕ ਹਯਾਤੀ ਕੁੱਲ ਉਮਰ ਦੇ ਵਿੱਚ ਨੀਲੇ ਦੇ ਸ਼ਾਹ ਸਵਾਰ ਬਣ ਕੇ ਐਸੇ ਵਿਵੇਕਪੂਰਵਕ ਢੰਗ ਦੇ ਨਾਲ ਸਿੱਖ ਜਗਤ ਦੀ ਅਗਵਾਈ ਕੀਤੀ, ਮਨੁੱਖਤਾ ਲਈ ਪਰਉਪਕਾਰ ਕੀਤੇ, ਸ਼ੁਭ ਧਰਮ ਕਰਮ ਦ੍ਰਿੜ ਕਰਵਾਏ, ਸੰਤ ਸਿਪਾਹੀ ਹੁੰਦਿਆਂ ਮਹਾਨ ਸੈਨਾ ਨਾਇਕ ਅਦੁੱਤੀ ਯੋਧੇ ਅਤੇ ਗਰੀਬ ਨਵਾਜ ਜੀ ਨੇ ਸਰਬੰਸਦਾਨੀ ਬਣ ਕੇ ਸਦਾ ਲਈ ਮਨੁੱਖੀ ਸਭਿਅਤਾ ਨੂੰ ਰਿਣੀ ਬਣਾਇਆ। ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਮਹਾਨ ਪਰਉਪਕਾਰ ਕੀਤੇ ਕਿ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਵੇਖ ਕੇ ਦੰਗ ਰਹਿ ਗਏ। ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਵੇਖਦਿਆਂ ਉਹਨਾਂ ਨੂੰ ਮਰਦ ਅਗੰਮੜਾ ਵਰਿਆਮ ਸੂਰਬੀਰ ਆਪੇ ਗੁਰ ਚੇਲਾ ਕਹਿ ਕੇ ਉਹਨਾਂ ਦੇ ਗੁਣ ਗਾਏ ਨੇ, ਕਿਉਂਕਿ ਮਰਦ ਦਾ ਭਾਵ ਕੇਵਲ ਮੇਲ ਜਾਂ ਫੀਮੇਲ ਨਹੀਂ, ਮਰਦ ਉਹ ਹੈ ਜਿਹਦੇ ਅੰਦਰ ਅਣਖ ਤੇ ਗੈਰਤ ਹੋਵੇ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਸਮਾਜ ਵਿੱਚ ਸਮਾਜਿਕ ਭਾਈਚਾਰਕ ਸਾਂਝ ਨਿਭਾਉਂਦਿਆਂ, ਮਨੁੱਖੀ ਏਕਤਾ ਵਿੱਚ ਵਿਸ਼ਵਾਸ ਰੱਖਦਿਆਂ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਉਪਦੇਸ਼ ਬਖਸ਼ਿਸ਼ ਕਰੇ ਔਰ ਹੱਕ ਸੱਚ ਲਈ ਜੇ ਲੋੜ ਪਵੇ ਤੇ ਆਪਣਾ ਸਰਬੰਸ ਤੱਕ ਵੀ ਕੁਰਬਾਨ ਕਰ ਦਵੇ। ਜਿੱਥੇ ਉਹ ਅਗੰਮੀ ਸ਼ਕਤੀ ਦੇ ਮਾਲਕ ਸਨ, ਪੁਰਖ ਭਗਵੰਤ ਸਨ, ਸੂਰਬੀਰ ਵਰਿਆਮ ਸਨ, ਉੱਥੇ ਭਾਈ ਸਾਹਿਬ ਨੇ ਬਚਨ ਕਹੇ ਅਕੇਲਾ ਭਾਵ ਉਹਨਾਂ ਦਾ ਬਦਲ ਸੰਸਾਰ ਵਿੱਚ ਹੋਰ ਕੋਈ ਨਹੀਂ। ਇਹ ਠੀਕ ਹੈ ਕਿ ਸੰਸਾਰ ਵਿੱਚ ਪਰ ਉਪਕਾਰ ਕਰਨ ਲਈ, ਮਨੁੱਖਤਾ ਦਾ ਦਰਦ ਵੰਡਾਉਣ ਵਾਸਤੇ ਸਮੇਂ-ਸਮੇਂ ਮਹਾਂਪੁਰਖ ਪੀਰ ਪੈਗੰਬਰ ਅਵਤਾਰ ਔਲੀਏ ਨਬੀ ਵਲੀ ਸਮਾਜ ਸੇਵਕ ਸੰਸਾਰ ਵਿੱਚ ਆਉਂਦੇ ਨੇ, ਆਉਂਦੇ ਰਹਿਣਗੇ। ਪਰ ਜਿਸ ਵਿਖੜੇ ਤੇ ਭਿਆਨਕ ਸਮੇਂ ਵਿੱਚ ਜਦੋਂ ਔਰੰਗਜ਼ੇਬ ਦੀ ਮੁਗਲਿਆ ਹਕੂਮਤ ਸੀ, ਇੱਥੋਂ ਦੇ ਹਿੰਦੂ ਪਹਾੜੀ ਰਾਜੇ ਵੀ ਹਿੰਦੂ ਸੰਸਕ੍ਰਿਤੀ ਦੇ ਵਿਰੁੱਧ ਹੋ ਕੇ ਅੰਦਰ ਖਾਤੇ ਜ਼ਾਲਮ ਮੁਗਲਾਂ ਨਾਲ ਸਮਝੌਤਾ ਕਰੀ ਬੈਠੇ ਸਨ। ਸਰੀਰਕ ਗੁਲਾਮੀ ਦੇ ਨਾਲ ਨਾਲ ਮਾਨਸਿਕ ਗੁਲਾਮੀ ਦੇ ਵੀ ਉਹ ਆਦੀ ਹੋ ਚੁੱਕੇ ਸਨ, ਜਿਵੇਂ ਪਿੰਜਰੇ ਵਿੱਚ ਪਿਆ ਹੋਇਆ ਪੰਛੀ ਜਦੋਂ ਆਦੀ ਹੋ ਜਾਂਦਾ ਤੇ ਉਹਨੂੰ ਕੋਈ ਪਿੰਜਰੇ ਵਿੱਚੋਂ ਆਜ਼ਾਦ ਕਰਨ ਲਈ ਕਵੇ ਤੇ ਉਹ ਅੱਗੋਂ ਦੰਦੀਆਂ ਵੱਢਦਾ, ਘੁੱਟ ਕੇ ਸੀਖਾਂ ਨੂੰ ਪਕੜ ਲੈਂਦਾ। ਇੱਥੋਂ ਦੇ ਹਿੰਦੂ ਰਾਜੇ ਵੀ ਇਹ ਕਹਿ ਰਹੇ ਸਨ ਕਿ ਹਕੂਮਤ ਕਿਸੇ ਦੀ ਹੋਵੇ, ਸਾਨੂੰ ਕੀ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਇਸ ਭਾਰਤ ਦੀ ਸਰ ਜ਼ਮੀਨ ਤੇ ਇਹੋ ਜਿਹਾ ਇਨਕਲਾਬ ਲਿਆਂਦਾ ਕਿ ਜਿਹਦਾ ਬਦਲ ਕੋਈ ਨਹੀਂ। ਇਹੀ ਕਾਰਨ ਕਿ ਹਿੰਦੂ ਲਿਖਾਰੀ ਆਰੀਆ ਸਮਾਜੀ ਦੌਲਤ ਰਾਏ ਹੋਣਾ ਨੇ ਵੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰ ਲਿਖਣੇ ਸ਼ੁਰੂ ਕੀਤੇ, ਉਹਨਾਂ ਨੂੰ ਜੇ ਹਿੰਦੂ ਵੀਰਾਂ ਨੇ ਪੁੱਛਿਆ ਵੀ ਤੁਸੀਂ ਤਾਂ ਕ੍ਰਿਸ਼ਨ ਜੀ ਦੇ, ਰਾਮਚੰਦਰ ਜੀ ਦੇ ਗੁਣ ਲਿਖਣੇ ਸਨ, ਪਰ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕਰ ਰਹੇ ਹੋ, ਤੇ ਉਹਨਾਂ ਨੇ ਵੀ ਕਿਹਾ ਸੀ ਇਹ ਠੀਕ ਹੈ,
ਮੇਰੇ ਮਨ ਵਿੱਚ ਕ੍ਰਿਸ਼ਨ ਜੀ ਦਾ, ਰਾਮਚੰਦਰ ਜੀ ਦਾ ਸਤਿਕਾਰ ਹੈ, ਪਰ ਮੇਰਾ ਚਿੱਤ ਕਰਦਾ ਮੈਂ ਐਸੇ ਇੱਕ ਮਹਾਪੁਰਖ, ਇੱਕ ਯੁੱਗ ਪੁਰਖ, ਇੱਕ ਪੂਰਨ ਪੁਰਖ ਦੇ ਗੁਣ ਲਿਖਾਂ, ਤੇ ਉਹ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਜੋਗੀ ਅੱਲਾ ਜਾਰ ਖਾਂ ਵਰਗਾ ਮੁਸਲਮਾਨ, ਜਿਨਨੇ ਅੱਲਾਹ ਤਾਲਾ ਦੀ ਕਸਮ ਖਾ ਕੇ ਕਿਹਾ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, जितनी भी तारीफ हो गोविंद की वो कम है, हर चांद मेरे हाथ में पुरजोर कलम है, सतगुर के लिखूं वसब कहाँ ताबे रकम है, एक आंख से क्या बुलबुला कुल बहर को देखे, साहिल को मंझधार को ਜਾਂ ਲਹਿਰ को देखे। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਅਗਰ ਕੋਈ ਬੇਇਨਸਾਫੀ ਕਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗਿਣਤੀ ਪੈਗੰਬਰਾਂ ਅਵਤਾਰਾਂ ਵਿੱਚ ਕੀਤੀ ਜਾ ਸਕਦੀ ਹੈ, ਪਰ ਜੇ ਕੋਈ ਇਨਸਾਫ ਕਰੇ, ਸੱਚਮੁੱਚ ਮੁਤਸਬੀ ਨੀਤੀ ਤੋਂ, ਪੱਖਪਾਤ ਤੋਂ ਉੱਪਰ ਉੱਠ ਕੇ, ਤੇ ਉਹਨੂੰ ਕਹਿਣਾ ਪਵੇਗਾ कि इंसाफ करे जी में जमाना तो यकीन है, कह दे कि गुरु गोबिंद सिंह का सानी ही नहीं है। वो जदों ध्यान मारदा हजरत इब्राहिम वल कि ਉਹਦੇ ਸਾਹਮਣੇ ਉਹਦੇ ਪੁੱਤਰ ਦੀ ਬਲੀ ਦਿੱਤੀ ਜਾਣ ਲੱਗੀ ਤੇ ਰੋ ਰੋ ਕੇ ਕਹਿਣ ਲੱਗੇ, ਖੁਦਾ ਦਾ ਵਾਸਤਾ ਮੇਰੀਆਂ ਅੱਖੀਆਂ ਤੇ ਪੱਟੀ ਬੰਨ੍ਹ ਦਿਓ, ਮੈਂ ਆਪਣੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਿਆਂ ਨਹੀਂ ਵੇਖ ਸਕਦਾ। ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ ਕਿ ਕਰਬਲਾ ਦੇ ਮੈਦਾਨ ਵਿੱਚ ਉਹਨਾਂ ਦਾ ਦੋਤਰਾ ਸ਼ਹੀਦ ਹੋ ਗਿਆ, ਇੰਨੇ ਹੰਝੂ ਡਿੱਗੇ ਕਿ ਉਹਨਾਂ ਦੀ ਦਾੜੀ ਜਿਹੜੀ ਸੀ ਉਹ ਗਿੱਲੀ ਹੋ ਗਈ। ਪਤਾ ਸੀ ਦਸ਼ਰਥ ਨੂੰ ਮੇਰਾ ਪੁੱਤਰ ਕੇਵਲ 14 ਸਾਲ ਲਈ ਮੇਰੇ ਤੋਂ ਦੂਰ ਹੋਇਆ, ਬਨਵਾਸ ਗਿਆ, 14 ਸਾਲ ਬਾਅਦ ਵਾਪਸ ਆ ਜਾਣਾ, ਪਰ ਪੁੱਤਰ ਵਿਛੋੜਾ ਨਾ ਸਹਾਰਦਾ ਹੋਇਆ। ਉਹਨੇ ਆਪਣੀ ਜਿਹੜੀ ਜਾਨ ਸੀ ਉਹ ਤਿਆਗ ਦਿੱਤੀ, ਭਾਵ ਉਸਨੇ ਸੋਚਿਆ ਕਿ ਮੈਂ ਹੁਣ ਜਿਉਂਦਾ ਸੰਸਾਰ ਵਿੱਚ ਨਹੀਂ ਰਵਾਂਗਾ। ਅਰਜਨ ਵਰਗੇ ਬਹਾਦਰ ਨੂੰ ਪਤਾ ਲੱਗਾ ਅਭਿਮਨਿਊ ਮਾਰਿਆ ਗਿਆ, ਤੇ ਮੌਤ ਦੀ ਖਬਰ ਸੁਣ ਕੇ ਡਰ ਪੈਦਾ ਹੋ ਗਿਆ ਕਿ ਕਿਤੇ ਅਰਜਨ ਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਵਿਗੜ ਨਾ ਜਾਵੇ। ਭਾਵ ਜੇ ਕੁਰੂਕਸ਼ੇਤਰ ਦੇ ਮੈਦਾਨ ਵੱਲ ਧਿਆਨ ਮਾਰਿਆ, ਗੀਤਾ ਦਾ ਉਪਦੇਸ਼ ਦੇ ਕੇ ਆਪਣੇ ਚੇਲਿਆਂ ਨੂੰ ਸ਼ਹੀਦ ਹੋਣ ਵਾਸਤੇ, ਲੜਨ ਮਰਨ ਵਾਸਤੇ ਪ੍ਰੇਰਨਾ ਕੀਤੀ, ਪਰ ਕ੍ਰਿਸ਼ਨ ਜੀ ਦਾ ਆਪਣਾ ਕੋਈ ਪੁੱਤਰ ਉਹਦੇ ਵਿੱਚ ਸ਼ਾਮਲ ਨਹੀਂ ਸੀ। ਇਸ ਲਈ ਜੋਗੀ ਅੱਲਾ ਜਾਰ ਖਾਂ ਨੇ ਲਿਖਿਆ, ਲక్ష్మణ ਸਾ ਬਿਰਾਦਰ ਪੈ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਬਰਤ ਸੇ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਈਆ ਨਹੀਂ ਤੋ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਬਾ ਹੀ ਦਿਗਰ ਥਾ, शिष्य शाम ने कटवा दिए गीता सुनाकर, रूह फूकती गुरु गोबिंद सिंह ने औलाद कटवा कर। सतगुरु गुरु गोबिंद सिंह महाराज जिन्हां दा प्रकाश पटना साहिब दी धरती ते होया, उन्हां ने स्पष्ट कीता, तहीं प्रकाश हमारा भयो, पटना शहर बिखै भव लयो। अपनी जगत फेरी बारे स्पष्ट करदियां उन्हां बचन कहे, हम ए काज जगत मो आए, धर्म हेत गुरदेव पठाए, जाही काज धरा हम जन्मंग, समझ लियो साधु सब मनमंग। ओ कारण की सी धर्म चलावन, संत उबारन, दुष्ट सबन को मूल उपारन। जिवें परमात्मा दा सुभाव है कि परमात्मा सूरज दी न्याई भी है ते चंद्रमा दी तरह भी है, कि सतरन के सूल हो के मित्रन के प्राण हो। परमात्मा का सुभाव है गरीबल परस्त है, गनी मुल सकस्त है। इसे तरह गर्भ गंजन दुष्ट भंजन गुरु कलगीधर पातशाह ने स्पष्ट किया, मैं किरतियां नूं, भले ईमानदारां नूं, जिहड़े सचमुच संत सभा के अधिकारी ने, उन्हां नूं उभारन लई, ते जिहड़े कुबुद्ध दे धारनी ने, जिन्हां दी अकल विगड़ चुकी है, जिन्हां दी मत मारी जा चुकी है, जिहड़े दुष्ट ते जालम बन चुके ने, मैं कबुद्ध नूं ते दुष्टां नूं पछाड़न वास्ते जगत दे विच आया हां। सतगुरु जी ने अपने बचपन तो ही अपने इन्हां बचनां मुताबक ये कारज शुरू किया कि असल विच धर्म की है। जिवें आप जी ने अज मुख वाक विच भी सरवण कीता
ਵੀ ਜਿਹੜਾ ਕਰਮ ਤੇ ਧਰਮ ਫੋਕਟ ਹੈ, ਜਿਹੜਾ ਕੇਵਲ ਕਰਮ ਕਾਂਡ ਤੇ ਵਿਖਾਵਾ ਹੈ, ਜਿਹਦੇ ਵਿੱਚ ਆਤਮਿਕ ਬਲ ਨਹੀਂ, ਜਿਹਦੇ ਵਿੱਚ ਤਤ ਦੀ ਪ੍ਰਾਪਤੀ ਨਹੀਂ। ਕਿਉਂਕਿ ਅਸੀਂ ਵੇਖਦੇ ਹਾਂ ਸਾਡੀਆਂ ਮਾਤਾਵਾਂ ਭੈਣਾਂ ਦੁੱਧ ਦਹੀਂ ਨੂੰ ਰਿੜਕਣ ਤੇ ਪਤਾ ਹੈ ਕਿ ਉਹਦੇ ਵਿੱਚੋਂ ਮੱਖਣ ਨਿਕਲੇਗਾ, ਤੇ ਜੇ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤੇ ਆਪਾਂ ਮੱਥੇ ਤੇ ਹੱਥ ਮਾਰਾਂਗੇ। ਇਸੇ ਤਰ੍ਹਾਂ ਕੋਈ ਅਕਾਲ ਪੁਰਖ ਦੀ ਪੂਜਾ ਕਰੇ, ਗੱਲ ਮੰਨੀ ਜਾ ਸਕਦੀ ਹੈ। ਕੋਈ ਸੂਰਜ ਨੂੰ ਪੂਜਣ ਲੱਗ ਪਵੇ, ਚੰਦਰਮਾ ਨੂੰ ਪੂਜਣ ਲੱਗ ਪਵੇ, ਜਠੇਰੇ ਪੂਜੀ ਜਾਵੇ, ਮੜੀਆਂ ਪੂਜੀ ਜਾਵੇ, ਇਹ ਤਾਂ ਇਸੇ ਤਰ੍ਹਾਂ ਹੋਇਆ ਵੀ ਜਿਵੇਂ ਤੋ ਜਿਹੜੇ ਨੇ ਉਹਨਾਂ ਵਿੱਚੋਂ ਕਣ ਤਾਂ ਕੱਢ ਲਿਆ, ਤੇ ਫਿਰ ਗਾਹ ਪਾਉਣ ਦਾ ਕੀ ਫਾਇਦਾ ਹੈ। ਬਦ ਤਰਲੋਚਨ ਸੁਨਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ। ਕਹਿਣ ਲੱਗੇ ਜਿਵੇਂ ਪਾਣੀ ਨੂੰ ਰਿੜਕਣਾ ਜਾਂ ਜਿਹਦੇ ਵਿੱਚੋਂ ਦਾਣੇ ਕੱਢ ਲਏ ਹੋਣ ਉੱਥੇ ਗਾਹ ਪਾਉਣਾ, ਇਹ ਬਿਲਕੁਲ ਫੋਕਟ ਕਰਮ ਨੇ। ਬਿਲਕੁਲ ਇਸੇ ਤਰ੍ਹਾਂ ਇੱਕ ਸੱਚੇ ਰੱਬ ਦੀ ਪੂਜਾ ਤੋਂ ਬਿਨਾਂ ਜਦੋਂ ਕੋਈ ਪਖੰਡਵਾਦ ਕਰਦਾ, ਵਹਿਮਾਂ ਭਰਮਾਂ ਵਿੱਚ ਖਚਤ ਹੁੰਦਾ, ਕੇਵਲ ਵਿਖਾਵੇ ਵਾਲੇ ਕਰਮਕਾਂਡ ਕਰਦਾ, ਸਾਹਿਬ ਨੇ ਉਹਨੂੰ ਫੋਕਟ ਕਰਮ ਧਰਮ ਕਿਹਾ। ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਵੀ ਨੇ, ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ, ਤਾਹੀ ਕੋ ਪੂਜ ਪ੍ਰਭੂ ਕਰਕੇ ਜੇ ਪੂਜਤ ਹੀ ਅਗ ਓਗ ਮਿਟਾਹੀ। ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਟ ਜਾਹੀ। ਸਾਹਿਬ ਕਹਿਣ ਲੱਗੇ ਤਾਹੀ ਕੋ ਧਿਆਨ ਪਰਮਾਨ ਸਦਾ, ਜੇ ਫੋਕਟ ਧਰਮ ਕਰੇ ਫਲ ਨਾਹੀ। ਆ ਜਿਹੜਾ ਤੂੰ ਫੋਕਟ ਧਰਮ ਕਮਾ ਰਿਹਾ, ਇਹਦੇ ਵਿੱਚੋਂ ਤੈਨੂੰ ਫਲ ਨਹੀਂ ਜੇ ਲੱਭਣਾ। ਜਿਵੇਂ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਹੋਰ ਜਗ੍ਹਾ ਤੇ ਵੀ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਮਾਲ ਦਾ ਦ੍ਰਿਸ਼ਟਾਂਤ ਵਰਤਿਆ ਵੀ ਜਿਉਂਦੇ ਮਨੁੱਖ ਨਾਲ ਕੋਈ ਨਿਕਾਹ ਪੜ੍ਹਾ ਲਵੇ, ਬੇਦੀ ਰਚ ਕੇ ਲਾਵਾਂ ਲੈ ਲਵੇ, ਜਾਂ ਜਿਉਂਦੇ ਮਨੁੱਖ ਨਾਲ ਆਨੰਦ ਕਾਰਜ ਕਰਾਵੇ ਤੇ ਆਪਾਂ ਕਹਿ ਸਕਨੇ ਆ ਇਹ ਸੁਹਾਗਣ ਬਣ ਗਈ ਹੈ। ਤੇ ਜੇ ਕੋਈ ਮੁਰਦੇ ਨਾਲ ਲਾਵਾਂ ਲਵੇ ਤੇ ਕਦੇ ਕੋਈ ਸੁਹਾਗਣ ਬਣਦੀ ਹੈ? ਮਿਰਤਕ ਨਾਲ ਵਿਆਹੀ ਹੈ, ਸੁਹਾਗਣਾ ਥੀ ਹੈ। ਇਵੇਂ ਸੱਚੇ ਰੱਬ ਦੀ ਪੂਜਾ ਕਰਨੀ ਇਵੇਂ ਆ ਜਿਵੇਂ ਜਿਉਂਦੇ ਲਾੜੇ ਨਾਲ ਲਾਵਾਂ ਕਰਕੇ ਕੋਈ ਸੁਹਾਗਵਤੀ ਬਣਦੀ ਹੈ। ਤੇ ਰੱਬ ਦੀ ਪੂਜਾ ਤੋਂ ਬਿਨਾਂ ਬਾਕੀ ਫੋਕਟ ਕਰਮ ਕਾਂਡ ਜਿਹੜੇ ਨੇ ਉਹ ਇਵੇਂ ਨੇ ਜਿਵੇਂ ਕੋਈ ਕਿਸੇ ਮੁਰਦੇ ਨਾਲ ਲਾਵਾਂ ਫੇਰੇ ਕਰੇ ਤੇ ਕਵੇ ਵੀ ਹੁਣ ਮੈਨੂੰ ਤੁਸੀਂ ਸੁਹਾਗਣ ਕਹੀ ਚੱਲੋ। ਕਿਵੇਂ ਕਹੀਏ ਉਹਨਾਂ ਨੂੰ ਧਰਮੀ, ਕਿਵੇਂ ਕਹੀਏ ਉਹਨਾਂ ਨੂੰ ਭਗਤ ਸੰਤ ਜਨ, ਕਿਵੇਂ ਉਹਨਾਂ ਨੂੰ ਕਹੀਏ ਸਿੱਖ ਪੰਡਤ ਕਾਜੀ ਜਿਹੜੇ ਫੋਕਟ ਕਰਮ ਕਰਦੇ ਨੇ, ਵਹਿਮਾਂ ਭਰਮਾਂ ਵਿੱਚ ਪਏ ਨੇ। ਸਾਹਿਬ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਹੀ ਇਹ ਆਰੰਭ ਕਰ ਦਿੱਤਾ ਕਿ ਜਦੋਂ ਇੱਕ ਮੁਸਲਮਾਨ ਪੀਰ ਭੀਖਮ ਸ਼ਾਹ ਜਿਹੜਾ ਆਪਣੇ ਅਕੀਦੇ ਦੇ ਮੁਤਾਬਕ ਹਰ ਰੋਜ਼ ਪੱਛਮ ਵੱਲ ਨੂੰ ਸਿਰ ਨਵਾ ਕੇ ਸਿਜਦਾ ਕਰਦਾ ਸੀ, ਪਰ ਅੱਜ ਉਹਨੇ ਪੂਰਬ ਵਾਲੇ ਪਾਸੇ ਨੂੰ ਸੀਸ ਨਵਾਇਆ। ਤੇ ਜਦੋਂ ਸਾਥੀ ਪੁੱਛਣ ਲੱਗੇ ਵੀ ਇਹ ਕੀ, ਤੇ ਕਹਿਣ ਲੱਗੇ ਗੁਰੂ ਨਾਨਕ ਦੀ ਜੋਤ ਦੇ 10ਵੇਂ ਵਾਰਸ ਪਟਨਾ ਸਾਹਿਬ ਦੀ ਪੂਰਬ ਦੀ ਧਰਤੀ ਤੇ ਪ੍ਰਗਟ ਹੋਏ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਵਾਂਗ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰਨਾ ਕਿ ਉਸ ਪਰਮਾਤਮਾ ਦੀ ਹੋਂਦ ਕੇਵਲ ਦੱਖਣ ਜਾਂ ਪੱਛਮ ਵਿੱਚ ਨਹੀਂ, ਉੱਤਰ ਤੇ ਪੂਰਬ ਵਿੱਚ ਵੀ ਉਹ ਵਸਦਾ ਹੈ। ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜਿਵੇਂ ਕੋਈ ਹੋਵੇ ਥਾਣੇਦਾਰ ਤੇ ਆਪਾਂ ਉਹਨੂੰ ਸਿਪਾਹੀ ਕਹੀ ਚੱਲੀਏ, ਉਹ ਕਵੇਗਾ ਵੀ ਮੇਰੀ ਤੁਸੀਂ ਸਤਿਕਾਰ ਥੋੜਾ ਕੀਤਾ, ਮੇਰੇ ਤੇ ਅਹੁਦੇ ਨੂੰ ਘਟਾ ਕੇ ਪੇਸ਼ ਕਰ ਰਹੇ ਹੋ। ਜਿਹੜਾ ਪ੍ਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹਨੂੰ ਇੱਕ ਨਿੱਕੇ ਜੇ ਪੱਥਰ ਵਿੱਚ ਥਾਪ ਦੇਣਾ, ਇੱਕ ਦਿਸ਼ਾ ਵਿੱਚ ਥਾਪ ਦੇਣਾ ਹੈ। ਉਹ ਚਾਰੇ ਦਿਸ਼ਾਵਾਂ ਦਾ ਮਾਲਕ, ਤੇ ਉਹਨੂੰ ਕੇਵਲ ਇੱਕ ਦਿਸ਼ਾ ਵਿੱਚ ਥਾਪ ਕੇ ਕਹਿਣਾ ਵੀ ਜੇ ਹਿੰਦੂ ਦੱਖਣ ਵਿੱਚ ਕਹਿੰਦੇ ਨੇ ਤੇ ਅਸੀਂ ਇਸ ਤੋਂ ਉਲਟ ਪੱਛਮ ਵੱਲ ਨੂੰ ਸਿਰ ਨਵਾਉਣਾ, ਤੇ ਜੇ ਮੁਸਲਮਾਨ ਪੱਛਮ ਵਿੱਚ ਮੰਨਦੇ ਨੇ ਤੇ ਅਸੀਂ ਨਹੀਂ ਉਧਰ ਨੂੰ, ਅਸੀਂ ਤਾਂ ਦੱਖਣ ਵਾਲੇ ਪਾਸੇ ਨੂੰ ਸਿਰ ਨਵਾਵਾਂਗੇ। ਜੇ ਹਿੰਦੂ ਵੀਰਾਂ ਨੇ ਉਹਨੂੰ ਮਾਤਾ ਕਿਹਾ ਤੇ ਕਹਿਣ ਲੱਗੇ ਅਸੀਂ ਤੇ ਫਾਦਰ ਪਿਤਾ ਕਵਾਂਗੇ, ਅਸੀਂ ਉਹਨਾਂ ਨਾਲ ਨਹੀਂ ਰਲਣਾ। ਸਭ ਕਹਿੰਦੇ ਨਹੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਓ। ਕੋਉ ਭਇਓ ਮੁੰਡਿਆ ਸੰਨਿਆਸੀ, ਕੋਉ ਜੋਗੀ ਭਇਓ, ਕੋਉ ਬ੍ਰਹਮਚਾਰੀ, ਕੋਉ ਜਤੀ ਅਨਮਾਨਬੋ। ਹਿੰਦੂ ਤੁਰਕ ਕੋਉ ਰਾਫ ਜੀ, ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਜਾਕੈ ਛੂਟ ਗਇਓ ਭ੍ਰਮ ਉਰਕਾ, ਤਿਸ ਆਗਿਆ ਹਿੰਦੂ ਕਿਆ ਤੁਰਕਾ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੋਇਆ
ਤੇ ਮੁਸਲਮਾਨ ਪੀਰ ਭੀਖਮ ਸ਼ਾਹ ਜਦੋਂ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਆਪਣੇ ਸੰਸਕਾਰਾਂ ਦੇ ਮੁਤਾਬਕ 2 ਕੁੱਜੀਆਂ ਬਾਲ ਗੋਬਿੰਦ ਰਾਏ ਜੀ ਦੇ ਅੱਗੇ ਰੱਖੀਆਂ ਤੇ ਮਨ ਵਿੱਚ ਸੋਚ ਲਿਆ ਵੀ ਜੇ ਐਸ ਕੁੱਜੀ ਤੇ ਹੱਥ ਰੱਖਣਗੇ ਤੇ ਇਹ ਹਿੰਦੂਆਂ ਲਈ ਆਏ ਨੇ, ਤੇ ਜੇ ਐਸ ਕੁੱਜੀ ਤੇ ਹੱਥ ਰੱਖਣਗੇ ਤੇ ਮੁਸਲਮਾਨਾਂ ਲਈ ਆਏ ਨੇ। ਸਾਹਿਬ ਨੇ ਦੋਵਾਂ ਕੁੱਜੀਆਂ ਤੇ ਹੱਥ ਰੱਖ ਕੇ ਦੱਸ ਦਿੱਤਾ ਕਿ ਅਸੀਂ ਸਾਰਿਆਂ ਲਈ ਆਏ ਹਾਂ। ਗੁਰੂ ਵਿਆਪਕ ਹੈ, ਗੁਰੂ ਸਾਰੇ ਸੰਸਾਰ ਦਾ ਰਹਿਬਰ ਹੈ, ਜਗਤ ਗੁਰੂ ਹੈ, ਸਾਰੇ ਸੰਸਾਰ ਦੇ ਜੀਵਾਂ ਦੀ ਅਗਵਾਈ ਕਰਦੇ ਨੇ। ਤੇ ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਦੋਵਾਂ ਕੁੱਜੀਆਂ ਨੂੰ ਠੁੱਡਾ ਮਾਰ ਕੇ ਰੋੜ ਦਿੱਤਾ ਕਿ ਧਰਮ ਨੂੰ ਅਸੀਂ ਸੰਪਰਦਾਇਕ ਕੈਦ ਵਿੱਚ ਬੰਦ ਕਰਨ ਲਈ ਨਹੀਂ ਆਏ। ਜਦੋਂ ਧਰਮ ਕੇਵਲ ਸੰਪਰਦਾਇਕ ਕੈਦ ਵਿੱਚ ਜਕੜਿਆ ਜਾਵੇ, ਇਹ ਕੇਵਲ ਧਰਮ ਲਈ ਨਹੀਂ ਸੰਬੰਧਿਤ ਸਮਾਜ ਵਾਸਤੇ ਵੀ ਘਾਤਕ ਸਿੱਧ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਨੇ ਪੀਰ ਭੀਖਮ ਸ਼ਾਹ ਨੂੰ ਇਹ ਸਿੱਖਿਆ ਦਿੱਤੀ, ਜੋ ਬਾਅਦ ਵਿੱਚ ਉਹਨਾਂ ਨੇ ਬਚਨ ਉਚਾਰਨ ਕੀਤੇ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪੋਸ਼ਾਕ ਕੋ ਸੀਸ ਨਵਾਇਓ। ਕੋਉ ਬੁਤਾਨ ਕੋ ਪੂਜਤ ਹੈ ਪਸ਼, ਕੋਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਤੇ ਕੂੜ ਕਿਰਿਆਵਾਂ ਨੇ, ਝੂਠੀਆਂ ਕਿਰਿਆਵਾਂ ਨੇ, ਇਹਦੇ ਨਾਲ ਉਸ ਸੱਚੇ ਰੱਬ ਦਾ ਜਿਹੜਾ ਭੇਦ ਹੈ ਉਹ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਗਰੀਬ ਨਵਾਜ ਨੇ ਜਿੱਥੇ ਮੁਸਲਮਾਨ ਪੀਰ ਭੀਖਮ ਸ਼ਾਹ ਨੂੰ ਸਿੱਖਿਆ ਦੇ ਕੇ ਸੱਚੇ ਰੱਬ ਨਾਲ ਜੋੜਿਆ, ਤੇ ਨਾਲ ਇਹ ਵੀ ਦੱਸ ਦਿੱਤਾ ਕਿ ਆਸਤਿਕਤਾ ਦਾ ਭਾਵ ਕਿਸੇ ਛੋਟੀ ਜਾਂ ਅਲਪ ਸ਼ਕਤੀ ਦੀ ਪੂਜਾ ਨਹੀਂ। ਆਸਤਿਕਤਾ ਦਾ ਭਾਵ ਹੈ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਨੋ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਕੋਈ ਮਨੁੱਖ ਕਿਸੇ ਅਲਪ ਸ਼ਕਤੀ ਦੀ ਪੂਜਾ ਕਰਕੇ ਉਸ ਸਰਬ ਸ਼ਕਤੀਮਾਨ ਹੈਸੀਅਤ ਦਾ ਨਰਾਦਰ ਨਾ ਕਰੇ, ਤੇ ਉਸ ਜਾਗਤ ਜੋਤ ਦੀ ਆਰਾਧਨਾ ਨਾਲ ਜੋੜਿਆ। ਤੇ ਜਾਗਤ ਜੋਤ ਦਾ ਸੰਕਲਪ ਵੀ ਚੱਕਰ ਚਿਹਨ ਤੇ ਵਰਨ ਜਾਤ ਤੋਂ ਉੱਪਰ ਕਰਦਿਆਂ ਬਚਨ ਕਹੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹ ਪ੍ਰਭੂ ਕਿਸੇ ਇੱਕ ਖਿੱਤੇ ਵਿੱਚ ਨਹੀਂ, ਕਿਸੇ ਇੱਕ ਖੇਤਰ ਵਿੱਚ ਨਹੀਂ, ਕਿਸੇ ਇੱਕ ਕੌਮ ਨਾਲ ਸੰਬੰਧਿਤ ਨਹੀਂ। ਉਹ ਤਾਂ ਦੇਸ਼ ਔਰ ਨਾ ਭੇਹ ਜਾਕਰ, ਰੂਪ ਰੇਖ ਨਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਤੇ ਉਹਦੀ ਪ੍ਰਾਪਤੀ ਵੀ ਕੋਈ ਕਰਮ ਕਾਂਡ ਨਹੀਂ, ਸਗੋਂ ਸਾਚ ਕਹੋ ਸੁਨ ਲਿਓ, ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਹਿਬ ਕਹਿੰਦੇ ਜੀਵਨ ਦਾ ਮਨੋਰਥ ਵੀ ਇਹ ਚਾਹੀਦਾ ਹੈ, ਪੂਰਨ ਹੋਏ ਹਮਾਰੀ ਆਸਾ। ਕਿਹੜੀ ਆਸਾ? ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਗਰੀਬ ਨਵਾਜ ਜੀ ਨੇ ਜਿੱਥੇ ਮੁਸਲਮਾਨ ਪੀਰ ਭੀਖਮ ਸ਼ਾਹ ਨੂੰ ਇੱਕ ਸੱਚੇ ਰੱਬ ਨਾਲ, ਸਰਬ ਵਿਆਪਕ ਰੱਬ ਨਾਲ ਜੋੜਿਆ, ਉੱਥੇ ਬੜੇ ਲੰਮੇ ਸਮੇਂ ਤੋਂ ਪੰਡਤ ਸ਼ਿਵਦੱਤ ਗੰਗਾ ਦੇ ਕਿਨਾਰੇ ਤੇ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਧਰ ਕੇ ਬੈਠਾ ਸੀ, ਉਡੀਕ ਰਿਹਾ ਸੀ, ਪਰ ਅਜੇ ਤੱਕ ਦਰਸ਼ਨ ਨਹੀਂ ਸਨ ਹੋਏ। ਸਾਹਿਬ ਨੇ ਪ੍ਰੇਰਨਾ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਵੀ ਜਾਣਾ ਤੇ ਸੱਚੇ ਰੱਬ ਤੱਕ ਸੀ, ਪਰ ਬੰਦੇ ਦਾ ਚਿੱਤ, ਬੰਦੇ ਦਾ ਧਿਆਨ ਰਾਹ ਵਿੱਚ ਹੀ ਅਟਕ ਗਿਆ ਵੀ ਸ਼ਾਇਦ ਅਯੁੱਧਿਆ ਵਾਲਾ ਰਾਮ ਕਿਤੇ ਸਾਡਾ ਭਗਵਾਨ ਨਾ ਹੋਵੇ। ਸਾਹਿਬ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, 10 ਅਵਤਾਰ ਰਾਜੇ ਹੋਏ ਵਰਤੇ, ਮਹਾਦੇਵ ਅਵਧੂਤਾ। ਇਹ ਜਿਹੜੇ 10 ਅਵਤਾਰ ਸਨ, ਚੰਗੇ ਰਾਜੇ ਸਨ, ਤੇ ਚੰਗੇ ਰਾਜਿਆਂ ਨੂੰ ਲੋਕੀ ਭਗਵਾਨ ਰੂਪ ਮੰਨਦੇ ਸਨ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਜ ਵੀ ਲੋਕ ਯਾਦ ਕਰਦੇ ਨੇ, ਇਸੇ ਤਰ੍ਹਾਂ ਰਾਮ ਰਾਜ ਦੀਆਂ ਗੱਲਾਂ ਸਨ, ਪਰ ਲੋਕਾਂ ਨੇ ਰਾਜਿਆਂ ਨੂੰ ਭਗਵਾਨ ਮੰਨਣਾ ਸ਼ੁਰੂ ਕਰ ਦਿੱਤਾ। ਪੰਡਤ ਸ਼ਿਵਦੱਤ ਦੀ ਕਿੱਡੀ ਵੱਡੀ ਕਿਸਮਤ ਕਿ ਗੁਰੂ ਕਲਗੀਧਰ ਪਾਤਸ਼ਾਹ, ਜਿਸ ਪੰਡਤ ਸ਼ਿਵਦੱਤ ਨੇ ਕੇਵਲ ਅਯੁੱਧਿਆ ਵਾਸੀ ਦਸ਼ਰਥ ਦੇ ਪੁੱਤਰ, ਕਸ਼ਲਿਆ ਦੇ ਪੁੱਤਰ ਸ਼੍ਰੀ ਰਾਮ ਚੰਦਰ ਦਾ ਧਿਆਨ ਧਰਿਆ ਸੀ, ਉਹਨੂੰ ਸਰਬ ਵਿਆਪੀ ਰਾਮ ਨਾਲ ਜੋੜ ਦਿੱਤਾ। ਵੀ ਇਹ ਤਾਂ ਤ੍ਰੇਤੇ ਦੇ ਅਵਤਾਰ ਨੇ, ਪਰ ਤ੍ਰੇਤੇ ਤੋਂ ਪਹਿਲਾਂ ਸਤਯੁਗ ਵੇ ਜਿਹੜਾ ਸੀ, ਜਿਹੜਾ ਯੁੱਗਾਂ ਤੋਂ ਪਹਿਲਾਂ ਸੀ, ਜਿਹਦੇ ਬਾਰੇ ਕਿਹਾ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਜਦੋਂ ਸਤਿਗੁਰਾਂ ਨੇ
ਇਹ ਉਪਦੇਸ਼ ਬਖਸ਼ਿਸ਼ ਕੀਤਾ, ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ। ਉਹਦਾ ਧਿਆਨ ਧਰੋ ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਮੇਰੇ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਵਾਇਆ ਕਿ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ब्रह्मा और विष्ण केते वेद और पुराण केते, सिमरत समूहन के होए होए बतए हैं। मोन दी मदार केते अश्विनी कुमार केते, अंसा अवतार केते काल बस पए हैं। ये तां काल दे वस हो गए ने। ध्यान धरना ते अकाल दा धरो, तू अकाल पुरख नाही सिर काला। बाकी तां काल पाए ब्रह्मा बप धरा। धन गुरु गोबिंद सिंह महाराज दे बचन। काल पाए ब्रह्मा बप धरा, काल पाए शिवजू अवतरा। काल पाए कर बिसन प्रकाशा, सकल काल का किया तमाशा। आद अंत एक अवतारा, सोई गुरु समझो हमारा। नमस्कार तिसही को हमारी, सकल प्रजा जिन आप सवारी। ਜਿਹਦੇ ਹੁਕਮ ਵਿੱਚ ਪਤਾ ਨਹੀਂ ਇਹ ਕਿੰਨੇ ਕ ਆ ਕੇ ਤੇ ਸੰਸਾਰ ਤੋਂ ਚਲੇ ਗਏ। मैं फिर रिपीट कर दवा, एक शिव भये एक गए एक फिर भये, रामचंद्र कृष्ण के अवतार भी अनेक हैं। ब्रह्मा और विष्णु केते वेद और पुराण केते, सिमरत समूहन के होए होए बतए हैं। मोन दी मदार केते अंशा अवतार केते, काल बस भये हैं। पीर और पैकाम्बर केते, गने ना परत एते। भूम ही ते होए कै फिर भूम में मिलत है। ਸਾਹਿਬ ਕਹਿਣ ਲੱਗੇ ਇਸੇ ਧਰਤੀ ਤੇ ਪੈਦਾ ਹੋਏ ਤੇ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਮੁਤਾਬਕ ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ। ਪਰ ਜਿਹੜਾ ਨਾ ਆਉਂਦਾ ਹੈ ਨਾ ਜਾਂਦਾ ਹੈ, ਅਸੀਂ ਉਹਦਾ ਧਿਆਨ ਧਰਨਾ ਹੈ। ਕਿਸ਼ਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ। ਜਿਹੜਾ ਖੁਦ ਹੀ ਆਉਣ ਤੇ ਜਾਣ ਵਿੱਚ ਹੈ, ਉਹਦੇ ਨਾਲ ਲੱਗ ਕੇ ਅਸੀਂ ਸਥਿਰਤਾ ਕਿਵੇਂ ਹਾਸਲ ਕਰਾਂਗੇ? ਸਥਿਰਤਾ ਤਾਂ ਪ੍ਰਾਪਤ ਹੋਵੇਗੀ ਜਿਹੜਾ ਆਉਂਦਾ ਤੇ ਜਾਂਦਾ ਨਹੀਂ, ਜਿਹੜਾ ਨਿਚਲ ਹੈ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਦਿਨ ਰਵ ਚੱਲੈ ਨਿਸ ਸਸ ਚੱਲੈ, ਤਾਰਕਾ ਲਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਉਹ ਕੇਵਲ ਇੱਕੋ ਮੁਕਾਮ ਹੈ ਜਿਹੜਾ ਇੱਕ ਜਗ੍ਹਾ ਤੇ ਸਥਿਰ ਹੈ, ਬਾਕੀ ਸਾਰਾ ਕੁਝ ਉਹਦੇ ਇਰਦ ਗਿਰਦ ਘੁੰਮ ਰਿਹਾ ਹੈ। ਇਸ ਕਰਕੇ ਸਾਹਿਬ ਜੀ ਨੇ ਧਰਮ ਦ੍ਰਿੜ ਕਰਵਾਇਆ ਕਿ ਇੱਕ ਪਰਮ ਸ਼ਕਤੀ ਸੱਚੇ ਰੱਬ ਦੇ ਨਾਲ ਜੁੜਨਾ ਹੈ। ਮਨੁੱਖੀ ਏਕਤਾ ਦਾ ਇੰਨਾ ਵਿਸ਼ਵਾਸ ਕਿ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਦੇਹੁਰਾ ਉਹ ਮਸੀਤ ਸੋਈ, ਪੂਜਾ ਉਹ ਨਵਾਜ ਉਹੀ। ਸਾਹਿਬ ਕਹਿਣ ਲੱਗੇ ਥਾਵਾਂ ਤੇ ਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਤੁਸੀਂ ਰਸਨਾ ਤੋਂ ਉਚਾਰਨ ਕਰੋ ਤੇ ਉਹਦਾ ਅਰਥ ਹੋਵੇ ਸੱਚੇ ਰੱਬ ਦੀ ਇਬਾਦਤ। ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਜਿਹੜਾ ਸ਼੍ਰੀ ਰਾਮਚੰਦਰ ਜੀ ਦਾ ਧਿਆਨ ਧਰ ਕੇ ਬੈਠਾ ਸੀ, ਉਹਨੂੰ ਸਰਬ ਵਿਆਪੀ ਰਾਮ ਨਾਲ, ਰੱਬ ਨਾਲ ਜੋੜ ਦਿੱਤਾ। ਦੱਸ ਦਿੱਤਾ ਕਿ ਉਹਦੇ ਹੁਕਮ ਵਿੱਚ ਪਤਾ ਨਹੀਂ ਕਿੰਨੇ ਕੁ ਅਵਤਾਰ ਸੰਸਾਰ ਵਿੱਚ ਆਏ ਨੇ ਤੇ ਕਿੰਨੇ ਕੁ ਸੰਸਾਰ ਤੋਂ ਤੁਰ ਗਏ ਨੇ। ਧਰਮ ਕੀ ਹੈ ਕਿ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਉਸ ਇਲਾਕੇ ਦਾ ਜਿਹੜਾ ਨਵਾਬ ਸੀ, ਬੜਾ ਹੈਂਕੜਬਾਜ਼ ਸੀ, ਬੜਾ ਜ਼ਾਲਮ ਸੀ। ਪ੍ਰਜਾ ਤੇ ਉੱਪਰ ਕਈ ਤਰ੍ਹਾਂ ਦੇ ਟੈਕਸ ਲਾ ਰਿਹਾ ਸੀ, ਪ੍ਰਜਾ ਨੂੰ ਕਈ ਤਰ੍ਹਾਂ ਦੇ ਤਸ਼ੱਦਦ ਦੇ ਰਿਹਾ ਸੀ। ਪਰ ਲੋਕ ਇੰਨੇ ਡਰੇ ਹੋਏ ਸਨ ਕਿ ਜਦੋਂ ਉਸ ਨਵਾਬ ਦੀ ਸਵਾਰੀ ਆਉਂਦੀ ਤੇ ਲਾਈਨ ਵਿੱਚ ਖੜੋ ਕੇ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਕਿ ਇਸ ਨਵਾਬ ਨੂੰ ਸਿਰ ਨਵਾਓ। ਬਾਲ ਗੋਬਿੰਦ ਰਾਏ ਜੀ ਨੇ ਧਰਮ ਦ੍ਰਿੜ ਕਰਵਾਇਆ ਕਿ ਜਿਹੜੇ ਚੰਗੇ ਪ੍ਰਜਾ ਪਾਲਕ ਰਾਜੇ ਹੁੰਦੇ ਨੇ, ਉਹਨਾਂ ਦਾ ਸਤਿਕਾਰ ਕਰਨਾ ਬਣਦਾ। ਵੇਖੋ ਗੁਰੂ ਘਰ ਦੇ ਵਿੱਚ ਰਾਏ ਬੁਲਾਰ ਜੀ ਦਾ, ਮਹਾਰਾਜਾ ਸ਼ਿਵਨਾਬ ਦਾ, ਅਸਾਮ ਦੇ ਰਾਜੇ ਰਤਨ ਰਾਏ ਦਾ ਕਿੰਨਾ ਸਤਿਕਾਰ ਸੀ। ਜੇ ਅਕਬਰ ਵੀ ਨਿਰਮਾਣਤਾ ਨਾਲ ਆਇਆ ਤੇ ਸਤਿਗੁਰਾਂ ਸਤਿਕਾਰ ਕੀਤਾ। ਪਰ ਜਦੋਂ ਜ਼ਾਲਮ ਰਾਜਿਆਂ ਦੀ ਗੱਲ ਕੀਤੀ ਤੇ ਸਾਹਿਬ ਜੀ ਨੇ ਉੱਥੇ ਉਹਨਾਂ ਦੇ ਮੂੰਹ ਵੀ ਭੰਨੇ ਨੇ, ਜਿਹੜੇ ਚੜ੍ਹ ਕੇ ਆਏ, ਹਮਲਾਵਰ ਬਣ ਕੇ ਆਏ। ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਇਹ ਬਚਨ ਕਹੇ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਿਰਣਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰ ਦਿਵਾਜਾ। ਸਤਿਗੁਰਾਂ ਨੇ ਆਪਣੇ ਨਾਲ ਜਿਹੜੇ ਬਾਲਕ ਸਨ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਇਸ ਹੈਂਕੜਬਾਜ਼ ਜਿਹੜਾ ਇਹ ਨਵਾਬ ਹੈ ਨਾ, ਇਹਦਾ ਸਤਿਕਾਰ ਨਹੀਂ ਕਰਨਾ ਚਾਹੀਦਾ।
ਜੇ ਅੱਜ ਵੀ ਸਾਡੇ ਦੇਸ਼ ਵਾਸੀਆਂ ਨੂੰ ਸਮਝ ਆ ਜਾਵੇ ਕਿ ਜਿਹੜਾ ਰਾਜਾ ਕਿਸਾਨਾਂ ਤੇ ਜ਼ੁਲਮ ਕਰ ਰਿਹਾ ਹੈ, ਕਾਲੇ ਕਾਨੂੰਨ ਲਿਆ ਰਿਹਾ ਹੈ, ਇੱਥੇ ਤੱਕ ਕਿ ਭਾਵੇਂ ਨੋਟਬੰਦੀ ਨਾਲ ਲੋਕੀ ਸਹਿਮਤ ਹੋ ਗਏ ਸਨ, ਪਰ ਲੋਕਾਂ ਦਾ ਇੱਕ ਵਾਰ ਕੰਜੂਬਰ ਨਿਕਲ ਗਿਆ ਸੀ। ਜਿਵੇਂ ਜੋਕ ਬਣ ਕੇ ਇਹ ਲੋਕਾਂ ਦਾ ਖੂਨ ਚੂਸਣ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਜਿਹੜਾ ਹੈ ਉਹਨਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈ, ਤੇ ਅਜੇ ਵੀ ਲੋਕ ਕਹਿ ਰਹੇ ਨੇ ਵੀ ਸਾਨੂੰ ਕੀ। ਨਹੀਂ, ਵੇਖੋ ਕਿਸਾਨ ਦਿੱਲੀ ਦੀ ਧਰਤੀ ਤੇ ਜਾ ਕੇ ਠੰਡ ਦੀ ਪਰਵਾਹ ਨਾ ਕਰਦਿਆਂ ਹੋਇਆਂ ਧਰਨਾ ਦੇ ਰਹੇ ਨੇ, ਕਿਉਂਕਿ ਜ਼ੁਲਮ ਦੀ ਇੰਤਹਾ ਹੋ ਗਈ ਹੈ। ਪਹਿਲਾਂ ਨੋਟਬੰਦੀ ਦੇ ਰੂਪ ਵਿੱਚ, ਫਿਰ GST ਅਤੇ ਹੋਰ ਟੈਕਸਾਂ ਦੇ ਰੂਪ ਵਿੱਚ, ਤੇ ਹੌਲੀ ਹੌਲੀ ਔਰੰਗਜ਼ੇਬ ਦੀ ਸੋਚ ਵਾਂਗ ਇਸ ਰਾਜੇ ਨੇ ਇਹੀਓ ਗੱਲ ਕਹਿਣੀ ਸੀ ਵੀ ਕੇਵਲ ਮੇਰੇ ਹਮ ਖਿਆਲੀ ਇੱਥੇ ਰਹਿਣੇ ਚਾਹੀਦੇ ਨੇ, ਦੂਸਰਾ ਕੋਈ ਨਹੀਂ ਦਿਸਣਾ ਚਾਹੀਦਾ। ਬਾਲਕ ਗੋਬਿੰਦ ਰਾਏ ਜੀ ਨੇ ਧਰਮ ਦ੍ਰਿੜ ਕਰਵਾਇਆ ਸੀ। ਜੇ ਅੱਜ ਵੀ ਗੈਰ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਮਾਣ ਕਰਦੇ ਨੇ, ਤੇ ਫਿਰ ਸਮਝਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲਸਫੇ ਨੂੰ, ਕਿ ਉਹਨਾਂ ਨੇ ਪਟਨਾ ਸਾਹਿਬ ਦੇ ਨਵਾਬ ਨੂੰ ਅੰਗੂਠਾ ਵਿਖਾਇਆ ਸੀ, ਮੂੰਹ ਚੜਾ ਕੇ ਉਹਦਾ ਸਤਿਕਾਰ ਨਹੀਂ ਸੀ ਕੀਤਾ। ਤੇ ਕੁਝ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੱਤਰ ਲਿਖਿਆ ਕਿ ਤੁਹਾਡੇ ਸੁਪੁੱਤਰ ਬਾਲਕ ਗੋਬਿੰਦ ਰਾਏ ਨੇ ਅੱਜ ਆਹ ਕੀਤਾ, ਕਿਰਪਾ ਕਰਕੇ ਇਹਨਾਂ ਨੂੰ ਪੱਤਰ ਲਿਖ ਕੇ ਸਮਝਾਵੋ, ਪ੍ਰੇਰਨਾ ਕਰੋ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦੀ ਸੰਸਕ੍ਰਿਤੀ ਨੂੰ, ਰਾਸ਼ਟਰ ਨੂੰ, ਇੱਥੋਂ ਦੇ ਧਰਮ ਕਰਮ ਨੂੰ ਬਚਾਉਣ ਵਾਸਤੇ ਚਾਂਦਨੀ ਚੌਂਕ ਵਿਖੇ ਕੁਰਬਾਨੀ ਦਿੱਤੀ ਸੀ, ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਤਰ ਪਤਾ ਕੀ ਸੀ? ਸਾਹਿਬ ਨੇ ਪੱਤਰ ਲਿਖਿਆ ਪਟਨਾ ਸਾਹਿਬ ਦੇ ਨਿਵਾਸੀਆਂ ਨੂੰ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ। ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਇਹੀ ਕਹਿਣਗੇ, ਕਿਸਾਨ ਜੋ ਕਰ ਰਹੇ ਨੇ ਚੰਗਾ ਕਰ ਰਹੇ ਨੇ, ਪਰ ਇਹ ਰਾਜਾ ਜ਼ਾਲਮ ਜਿਹੜਾ ਹੈ ਇਹ ਜੋ ਕਰ ਰਿਹਾ ਇਹ ਠੀਕ ਨਹੀਂ ਹੈ। ਕਿਉਂਕਿ ਗੁਰੂ ਮਜਲੂਮਾਂ ਵੱਲ, ਗੁਰੂ ਨਿਮਾਣਿਆਂ ਵੱਲ, ਗੁਰੂ ਉਹਨਾਂ ਵੱਲ ਖੜੋਂਦਾ ਹੈ ਜਿਹੜੇ ਸੱਚਮੁੱਚ ਹੱਕ ਤੇ ਸੱਚ ਦੀ ਪਹਿਰੇਦਾਰੀ ਕਰ ਰਹੇ ਹੋਣ, ਆਪਣੀਆਂ ਜਾਇਜ਼ ਮੰਗਾਂ ਤੇ ਪਹਿਰਾ ਦੇ ਰਹੇ ਹੋਣ। ਮੇਰੇ ਗਰੀਬ ਨਵਾਜ਼ ਨੇ ਪੱਤਰ ਲਿਖਿਆ, ਕਹਿਣ ਲੱਗੇ ਗੋਬਿੰਦ ਜੋ ਕੀਆ ਸੋ ਭਲਾ ਕੀਆ। ਆ ਪਟਨੇ ਦੇ ਨਵਾਬ ਨੂੰ ਜਿਹੜਾ ਸਤਿਕਾਰ ਨਹੀਂ ਨਾ ਦਿੱਤਾ, ਇਹ ਮੇਰੇ ਬਾਲਕ ਨੇ ਜੋ ਕੀਤਾ ਚੰਗਾ ਕੀਤਾ। ਗੋਬਿੰਦ ਜੋ ਕੀਆ ਸੋ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਘਰ ਆਏ ਬੈਠੇ ਤੋ ਬੇਨਤੀ ਦੇਣੀ ਸਰਹੰਦੀ ਨਹੀਂ। ਇਹੋ ਜੇ ਜ਼ਾਲਮਾਂ ਨੂੰ ਪਹਿਲੀ ਗੱਲ ਤੇ ਸਲਾਮ ਨਹੀਂ ਕਹਿਣਾ, ਤੇ ਜੇ ਕਿਤੇ ਢੀਠਾਂ ਦੀ ਤਰ੍ਹਾਂ ਆ ਵੀ ਜਾਣ ਤੇ ਫਿਰ ਇਹਨਾਂ ਨੂੰ ਸਰਾਣੇ ਵਾਲੇ ਪਾਸੇ ਨਹੀਂ, ਪੈਂਦ ਵਾਲੇ ਪਾਸੇ ਬਿਠਾਉਣਾ ਹੈ। ਇਹ ਸੀ ਅਸਲ ਵਿੱਚ ਧਰਮ। ਪਟਨਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਧਰਮ ਦ੍ਰਿੜ ਕਰਵਾਇਆ ਕਿ ਜੇ ਕਿਸੇ ਦੇ ਘਰ ਸੰਤਾਨ ਨਹੀਂ ਹੈ ਤੇ ਉਹਨੂੰ ਤਾਨੇ ਮਿਹਣੇ ਨਹੀਂ ਮਾਰਨੇ। ਅਗਰ ਉਹਦੇ ਮਨ ਦੀ ਇੱਛਾ ਤੁਹਾਡੇ ਕੋਲ ਜਾਣ ਨਾਲ ਪੂਰੀ ਹੋ ਰਹੀ ਹੈ, ਉਹਨਾਂ ਨੂੰ ਤਸੱਲੀ ਮਿਲ ਰਹੀ ਹੈ, ਤੇ ਇਹ ਇੱਕ ਬਹੁਤ ਵੱਡਾ ਧਰਮ ਹੋਵੇਗਾ ਜਦੋਂ ਤੁਸੀਂ ਕਿਸੇ ਥੋੜੇ ਹੋਏ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਅਸੀਂ ਤੁਹਾਡੇ ਆਪਣੇ ਆ। ਰਾਜਾ ਫਤਿਹ ਚੰਦ ਤੇ ਉਹਦੀ ਰਾਣੀ, ਜਿਹਨੂੰ ਆਪਾਂ ਰਾਜਾ ਫਤਿਹ ਚੰਦ ਮੈਣੀ ਵੀ ਕਹਿੰਦੇ ਆ, ਜਿਨ੍ਹਾਂ ਦੇ ਘਰ ਰਾਜ ਭਾਗ ਦੇ ਹਰ ਤਰ੍ਹਾਂ ਦੇ ਸੁੱਖ ਸਨ ਪਰ ਸੰਤਾਨ ਨਹੀਂ ਸੀ। ਉਸ ਰਾਣੀ ਨੇ ਇੱਕੋ ਗੱਲ ਕਹੀ ਕਿ ਮਾਂ ਗੁਜਰੀ ਦੇ ਲਾਲ ਵਰਗਾ, ਗੋਬਿੰਦ ਰਾਏ ਵਰਗਾ ਬਾਲਕ ਜੇ ਕਿਤੇ ਮੇਰੀ ਗੋਦ ਵਿੱਚ ਬੈਠ ਕੇ ਮੈਨੂੰ ਕਵੇ ਮਾਂ ਮੈਂ ਆ ਗਿਆ ਤੇ ਮੇਰੀ ਸੰਤੁਸ਼ਟੀ ਹੋ ਜਾਵੇਗੀ। ਬਾਲਕ ਗੋਬਿੰਦ ਰਾਏ ਜੀ ਖੇਡਦੇ ਖੇਡਦੇ ਜਾ ਕੇ ਰਾਣੀ ਮੈਣੀ ਦੀ ਗੋਦ ਵਿੱਚ ਬੈਠ ਕੇ ਆਖਦੇ ਨੇ ਮਾਂ ਮੈਂ ਆ ਗਿਆ। ਉਵੇਂ ਸਾਡੇ ਪਿਤਾ ਨੇ, ਪਰ ਇੱਕ ਮਾਂ ਦੀ ਆਸ ਪੂਰੀ ਕਰਨ ਵਾਸਤੇ ਉੱਥੇ ਪੁੱਤਰ ਬਣ ਕੇ ਗੋਦ ਵਿੱਚ ਬੈਠ ਕੇ ਕਹਿ ਰਹੇ ਨੇ ਮਾਂ ਮੈਂ ਆ ਗਿਆ। ਜੇ ਦਾਨਾਪੁਰ ਦੀ ਧਰਤੀ ਤੇ ਇੱਕ ਗਰੀਬ ਮਾਂ ਕੱਚੀ ਪੱਕੀ ਅੱਧ ਰਿੱਝੀ ਜੀ ਖਿਚੜੀ ਤਿਆਰ ਕਰਕੇ ਯਾਦ ਕਰਦੀ ਹੈ ਤੇ ਬਾਲਕ ਗੋਬਿੰਦ ਰਾਏ ਜੀ ਉਹਦੇ ਘਰ ਜਾ ਕੇ ਉਹਨੂੰ ਨਿਵਾਜਦੇ ਨੇ। ਸੱਚਮੁੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਦੇ ਮਹਾਵਾਕ ਅਨੁਸਾਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਤਖਤ ਸ੍ਰੀ ਹਜੂਰ ਸਾਹਿਬ ਤੱਕ ਇਹਨਾਂ ਬਚਨਾਂ ਤੇ ਪਹਿਰਾ ਦਿੱਤਾ। ਬੜੇ ਬੜੇ ਉਤਰਾ ਚੜਾ ਆਏ। ਜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਧਰਮ ਦਾ ਵਾਸਤਾ ਪਾਇਆ ਕਸ਼ਮੀਰੀ ਪੰਡਤਾਂ ਨੇ
ਤੇ ਉੱਥੇ ਵੀ ਬਾਲਕ ਗੋਬਿੰਦ ਰਾਏ ਜੀ ਨੇ ਆਪਣਾ ਧਰਮ ਨਿਭਾਇਆ। 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਬਾਨ ਹੋਣ ਵਾਸਤੇ ਤੋਰਿਆ ਸੀ। ਰਣਜੀਤ ਨਗਾਰਾ ਵਜਾਇਆ। ਗਰੀਬ ਨਵਾਜ ਜੀ ਨੇ ਛੋਟੀਆਂ ਵੱਡੀਆਂ 14 ਜੰਗਾਂ ਲੜੀਆਂ ਤੇ ਉਹਨਾਂ ਬਾਰੇ ਵੀ ਸਪਸ਼ਟ ਕੀਤਾ ਕਿ ਧਰਮ ਯੁੱਧ ਕਹਿ ਚਾਏ। ਇਹ ਯੁੱਧ ਕਿਸੇ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ, ਇਹ ਤਾਂ ਧਰਮ ਯੁੱਧ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਨਿਰਮਲੇ ਨੇ। ਆਮ ਕਰਕੇ ਜੰਗਾਂ ਯੁੱਧਾਂ ਦੇ ਵਿੱਚ ਸਭ ਕੁਝ ਜਾਇਜ਼ ਹੈ, ਪਰ ਸਤਿਗੁਰਾਂ ਨੇ ਇਹਨਾਂ ਜੰਗਾਂ ਯੁੱਧਾਂ ਦੇ ਵਿੱਚ ਵੀ ਧਰਮ ਤੇ ਪਹਿਰੇਦਾਰੀ ਕੀਤੀ। ਜੇ ਵਿਰੋਧੀ ਹਿੰਦੂ ਪਹਾੜੀ ਰਾਜਿਆਂ ਦੀ ਨਹੁੰ ਚੰਬੇ ਦੀ ਰਾਣੀ ਜਿਹੜੀ ਸੀ, ਜਿਹਨੂੰ ਪਦਮਨੀ ਦਾ ਖਿਤਾਬ ਮਿਲਿਆ ਹੋਇਆ ਸੀ, ਉਹ ਸਤਿਗੁਰਾਂ ਦੇ ਹਜ਼ੂਰ ਆਈ ਤੇ ਆ ਕੇ ਕਿਹਾ, ਸਤਿਗੁਰੂ ਜੀ ਮੈਂ ਆਪ ਦੀ ਸੇਵਕਾ ਹਾਂ, ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਅਸੀਸ ਦਿਓ। ਸਾਹਿਬ ਕਹਿਣ ਲੱਗੇ, ਜੇ ਬੱਚੀ ਬਣ ਕੇ ਆਉਂਦੀਓ ਤੇ ਜ਼ਰੂਰ ਇਹ ਹੱਥ ਤੇਰੇ ਸਿਰ ਤੇ ਟਿਕਦੇ, ਪਰ ਤੂੰ ਇੱਕ ਸਾਜ਼ਿਸ਼ ਦੇ ਅਧੀਨ ਆਈ ਹੈ, ਹਿੰਦੂ ਪਹਾੜੀ ਰਾਜਿਆਂ ਦੀ ਭੇਜੀ ਆਈ ਹੈ। ਤੀਰ ਦੀ ਨੋਕ ਨਾਲ ਸਤਿਗੁਰਾਂ ਨੇ ਸਿਰ ਤੇ ਤੀਰ ਦੀ ਨੋਕ ਛਹਾ ਕੇ ਅਸੀਸ ਦਿੱਤੀ ਤੇ ਨਾਲੇ ਸਪਸ਼ਟ ਕੀਤਾ ਕਿ ਸ਼ੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਪਰਨ ਤੋਹੇ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਬਡਈਓ। ਗਰੀਬ ਨਵਾਜ ਨੇ ਸਿੱਖਿਆ ਦਿੱਤੀ ਕਿ ਸਾਡੇ ਪਿਤਾ ਨੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਕਈ ਵਾਰ ਸਨਾਤਨੀ ਵੀਰ ਇਹ ਦਾਅਵਾ ਕਰਦੇ ਨੇ ਵੀ ਸ਼ਾਇਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਨਾਤਨ ਧਰਮ ਨੂੰ ਬਚਾਉਣ ਲਈ ਆਏ ਨੇ। ਨਹੀਂ, ਜੇ ਉਹ ਸਨਾਤਨ ਧਰਮ ਨੂੰ ਬਚਾਉਣ ਲਈ ਆਉਂਦੇ ਤੇ ਉਹ ਮੁਸਲਮਾਨਾਂ ਦੇ ਵਿਰੁੱਧ ਹੁੰਦੇ। ਜਦੋਂ ਰੋਪੜ ਦੇ ਇਲਾਕੇ ਵਿੱਚ ਜੰਗਾਂ ਯੁੱਧਾਂ ਦਾ ਸਮਾਂ ਸੀ, ਇੱਕ ਮੁਸਲਮਾਨਾਂ ਦੀ ਬੱਚੀ ਸਿੱਖ ਪਕੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਲੈ ਕੇ ਆਏ। ਕਹਿਣ ਲੱਗੇ, ਪਾਤਸ਼ਾਹ ਇਹ ਮੁਗਲ ਹਾਕਮ ਮੁਗਲ ਸਿਪਾਹੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੇਪਤ ਕਰਦੇ ਨੇ। ਅੱਜ ਮੁਸਲਮਾਨਾਂ ਦੀ ਬੱਚੀ ਸਾਡੇ ਹੱਥ ਆਈ ਹੈ, ਦੱਸੋ ਇਹਦੇ ਨਾਲ ਕੀ ਵਰਤਾਰਾ ਕਰਨਾ ਹੈ। ਸਾਹਿਬ ਕਹਿਣ ਲੱਗੇ, ਇਹ ਸਾਡੀ ਬੱਚੀ ਹੈ, ਇਹ ਹੁਣ ਇੱਥੇ ਸੁਰੱਖਿਅਤ ਰਹੇਗੀ ਤੇ ਅਸੀਂ ਸੁਰੱਖਿਅਤ ਰੂਪ ਵਿੱਚ ਇਹਨਾਂ ਦੇ ਕੈਂਪ ਵਿੱਚ ਪਹੁੰਚਾ ਕੇ ਆਵਾਂਗੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਵਾਰਤਾਲਾਪ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀ ਹੈ। ਪੁੰਨ ਸਿੰਘਨ ਬੂਝੇ ਗੁਣ ਖਾਨੀ, ਗੁਣਾਂ ਦੀ ਖਾਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੱਖ ਪੁੱਛਣ ਲੱਗੇ, ਪੁੰਨ ਸਿੰਘਨ ਬੂਝੇ ਗੁਣ ਖਾਨੀ ਸਕਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਣਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ, ਸੁਣ ਸਤਗੁਰ ਬੋਲੇ ਤਿਸ ਬੇਰੇ ਹਮ ਲੈ ਜਾਨੋ ਪੰਥ ਉਚੇਰੇ, ਨਹੀਂ ਅਦੋਗਿਤ ਬਿਖੈ ਪਚਾਵੇ ਤਾਂ ਤੇ ਕਲਮਲ ਕਰਨ ਹਟਾਵੈ। ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਦੇ ਪੰਥ ਨੂੰ ਅਸੀਂ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਆਏ ਆ ਤੇ ਇਹੋ ਜਿਹੇ ਘਿਨਾਉਣੇ ਕਰਮ ਜਿਹੜੇ ਨੇ ਮਨੁੱਖ ਨੂੰ ਅਧੋਗਤੀ ਵਾਲੇ ਪਾਸੇ ਭੇਜਦੇ ਨੇ। ਕਿਉਂਕਿ ਜਦੋਂ ਵੀ ਮਨੁੱਖ ਸੱਚ ਧਰਮ ਤੋਂ ਟੁੱਟ ਕੇ ਕਰਮ ਕਾਂਡਾਂ ਨਾਲ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲੂ ਭਾਵਨਾ ਦਾ ਧਾਰਨੀ ਬਣ ਜਾਵੇ ਤੇ ਉਸ ਧਰਮ ਦਾ ਪਤਨ ਹੋ ਜਾਂਦਾ। ਡਾਕਟਰ ਰਾਧਾ ਕ੍ਰਿਸ਼ਨ ਨੂੰ ਜਦੋਂ ਪੁੱਛਿਆ ਸੀ ਵੀ ਹਿੰਦੂ ਧਰਮ ਦਾ ਪਤਨ ਕਿਉਂ ਹੋਇਆ, ਤਾਂ ਉਹਨਾਂ ਦਾ ਉੱਤਰ ਸੀ ਵੀ ਕੇਵਲ ਹਿੰਦੂ ਧਰਮ ਹੀ ਨਹੀਂ, ਹਰ ਉਹ ਧਰਮ ਜਿਹਦੇ ਵਿੱਚ ਸਿਧਾਂਤ ਲੁਪਤ ਹੋਵੇ ਤੇ ਪਰੰਪਰਾਵਾਂ ਹਾਵੀ ਹੋ ਜਾਣ। ਜਿੱਥੇ ਧਰਮ ਕਰਮ ਲੁਪਤ ਹੋ ਕੇ ਕਰਮ ਕਾਂਡ ਹਾਵੀ ਹੋ ਜਾਣ, ਉਹਨੂੰ ਖਤਰਾ ਬਣ ਜਾਂਦਾ ਹੈ, ਉਹ ਧਰਮ ਖਤਮ ਹੋ ਜਾਂਦੇ ਨੇ, ਉਹਨਾਂ ਦਾ ਪਤਨ ਹੋ ਜਾਂਦਾ ਹੈ। ਸੱਚਮੁੱਚ ਸਤਿਗੁਰੂ ਜੀ ਧਰਮ ਦੀ ਰਾਖੀ ਕਰਨ ਲਈ ਆਏ ਸਨ। ਜੇ ਖਾਲਸੇ ਦੀ ਸਾਜਨਾ ਕੀਤੀ ਤੇ ਸਪਸ਼ਟ ਕਰ ਦਿੱਤਾ ਕਿ ਧਰਮ ਸਥਾਪਨੇ ਕੋ ਦੁਸ਼ਟਨ ਕੇ ਖਾਪਨੇ ਕੋ ਖਾਲਸਾ ਬਣਾਇਓ ਹੈ। ਖਾਲਸਾ ਵੀ ਕਿਸੇ ਇੱਕ ਦਾ ਨਹੀਂ, ਖਾਲਸਾ ਰੱਬ ਦਾ ਤੇ ਖਾਲਸਾ ਸਭ ਦਾ। ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਤੇ ਜਿਵੇਂ ਫੌਜ ਸਮੁੱਚੇ ਦੇਸ਼ ਵਾਸੀਆਂ ਦੀ ਰਾਖੀ ਕਰਨ ਲਈ ਹੁੰਦੀ ਹੈ, ਉਹ ਕਿਸੇ ਇੱਕ ਫਿਰਕੇ ਦੀ ਰਾਖੀ ਨਹੀਂ ਕਰਦੀ। ਇਸ ਕਰਕੇ ਗਰੀਬ ਨਵਾਜ ਨੇ ਜਿਹੜੇ ਵੀ ਕਾਰਜ ਕੀਤੇ, ਚਾਹੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਦਿਆ ਦਰਬਾਰ, ਪੌਂਟਾ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਂਸੀ ਦਾ ਆਗਾਜ਼ ਕਰਨਾ ਤੇ ਇਹ ਬਚਨ ਕਹਿਣੇ ਕਿ ਇਹ ਹੈ ਪ੍ਰਗਟ ਹਮਾਰੀ ਕਾਂਸੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲੇਖ ਗੁਨੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਹ ਤਾਨੀ, ਤਿੰਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜੇਂਗੇ ਹਮਰੇ ਕਈ ਹਜ਼ਾਰ। ਇਹ ਸੱਚਮੁੱਚ
ਧਰਮ ਦਾ ਵਿਸਥਾਰ ਸੀ ਕਿ ਧਰਮ ਗਿਆਨ ਦੇ ਨਾਲ ਸੰਸਾਰ ਦੇ ਵਿੱਚ ਫੈਲਦਾ ਹੈ। ਤੇ ਗਰੀਬ ਨਵਾਜ ਜੀ ਨੇ, ਚਾਹੇ ਉਹ 52 ਕਵੀ ਸਨ, ਉਹਨਾਂ ਨੂੰ ਮਾਣ ਬਖਸ਼ਿਸ਼ ਕਰਕੇ ਜਿਹੜਾ ਸਿੱਖੀ ਸਿਧਾਂਤਾਂ ਦਾ, ਧਰਮ ਦਾ ਫਲਸਫਾ ਸੀ, ਉਹ ਦ੍ਰਿੜ ਕਰਵਾਇਆ। ਤੇ ਸਮੇਂ-ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਵਾਸਤੇ ਸਤਿਗੁਰੂ ਜੀ ਨੇ ਕਈ ਤਰ੍ਹਾਂ ਦੀ ਵਿਚਾਰ ਚਰਚਾ, ਕਈ ਤਰ੍ਹਾਂ ਦੇ ਕਵੀ ਦਰਬਾਰ ਅਤੇ ਵਿਦਿਅਕ ਦਰਬਾਰ ਰਚਾ ਕੇ ਮਨੁੱਖੀ ਸਭਿਅਤਾ ਨੂੰ ਸਦਾ ਲਈ ਰਿਣੀ ਬਣਾ ਦਿੱਤਾ। ਔਰ ਇਹ ਸਭ ਤੋਂ ਵੱਡਾ ਧਰਮ ਸੀ ਕਿ ਮਨੁੱਖਤਾ ਦੇ ਲਈ, ਹੱਕ ਸੱਚ ਲਈ ਸਤਿਗੁਰਾਂ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਤੇ ਸਭ ਕੁਝ ਗਰੀਬ ਨਵਾਜ ਜੀ ਨੇ ਕੁਰਬਾਨ ਕਰਕੇ ਸਰੀਰਕ ਤੌਰ ਤੇ ਗੁਰਿਆਈ ਖਾਲਸੇ ਨੂੰ ਬਖਸ਼ਿਸ਼ ਕੀਤੀ। ਵੀ ਮੇਰਾ ਸਿੱਖ ਕਦੇ ਅਸਮਾਨ ਵੱਲ ਨਾ ਵੇਖੇ, ਵੀ ਕਦੋਂ ਕੋਈ ਪੈਗੰਬਰ, ਨਬੀ ਜਾਂ ਅਵਤਾਰ ਧਾਰਨ ਕਰਕੇ ਆਵੇ ਤੇ ਮੈਂ ਉਹਨੂੰ ਸ਼ਰੀਰ ਕਰਕੇ ਮੰਨਾਂ। ਸਦਾ ਲਈ ਪੰਜਾਂ ਪਿਆਰਿਆਂ ਨੂੰ ਸਰੀਰਕ ਗੁਰਿਆਈ ਦੇ ਦਿੱਤੀ ਕਿ ਪੰਜ ਪਿਆਰੇ 1699 ਵਿੱਚ ਵੀ ਨੇ, ਪੰਜ ਪਿਆਰੇ ਉਦੋਂ ਵੀ ਨੇ ਜਦੋਂ ਚਮਕੌਰ ਸਾਹਿਬ ਦੀ ਗੜੀ ਵਿੱਚ ਯੁੱਧ ਹੁੰਦਾ ਹੈ, ਤੇ ਪੰਜ ਪਿਆਰੇ ਅੱਜ ਵੀ ਨੇ ਜਦੋਂ ਵੀ ਸਰੀਰਕ ਕਲਾ ਗੁਰੂ ਦੀ ਵਰਤਦੀ ਹੈ ਪੰਜਾਂ ਪਿਆਰਿਆਂ ਵਿੱਚ, ਜੁਗੋ ਜੁਗ ਅਟਲ। ਤੇ ਸਾਹਿਬ ਕਹਿਣ ਲੱਗੇ, ਅੱਜ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ, ਗੁਰੂ ਜੋਤ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਜੁਗੋ ਜੁਗ ਅਟਲ। ਲੋਕ ਵੇਖਦੇ ਨੇ ਕਿ ਕਦੋਂ ਕੋਈ ਅਸਮਾਨ ਤੋਂ ਨਬੀ ਔਲੀਆ ਉਤਰੇ ਤੇ ਅਸੀਂ ਉਹਨੂੰ ਆਪਣਾ ਇਸ਼ਟ ਮੰਨੀਏ। ਸਾਨੂੰ ਖਾਲਸੇ ਨਾਲ, ਖਾਲਸਾ ਮੇਰੋ ਇਸ਼ਟ ਸੁਹਿਰਦ, ਸਰੀਰਕ ਤੌਰ ਤੇ ਖਾਲਸੇ ਅੰਦਰ ਗੁਰੂ ਕਲਾ ਤੇ ਰੱਬੀ ਜੋਤ, ਰੱਬੀ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਕੀ ਬਾਣੀ ਨਾਲ ਜੁੜ ਜਾਈਏ, ਇਹਦੇ ਤੋਂ ਅੱਗੇ ਗੱਲ ਹੀ ਕੋਈ ਨਹੀਂ, ਕਿਉਂਕਿ ਇਸ ਤੇ ਉੱਪਰ ਨਹੀਂ ਵਿਚਾਰ। ਜਾਂਕੈ ਮਨ ਵਸਿਆ ਨਿਰੰਕਾਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿੱਥੇ ਸਾਈਂ ਬੁੱਲੇ ਸ਼ਾਹ ਨੇ ਕਿਹਾ, ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨ ਧੋਤੀ ਸਭ ਕੀ। ਕਵੀ ਸੰਤੋਖ ਸਿੰਘ ਹੋਣਾ ਨੇ ਵੀ ਸਪਸ਼ਟ ਕੀਤਾ ਕਿ ਜੇ ਅੱਜ ਮੰਦਰਾਂ ਦੇ ਦਰਵਾਜ਼ੇ ਖੁੱਲੇ ਦਿਖਾਈ ਦਿੰਦੇ ਨੇ, ਜੇ ਠਾਕਰ ਦੁਆਰਿਆਂ ਵਿੱਚ ਪੂਜਾ ਹੋ ਰਹੀ ਹੈ, ਜੇ ਵੇਦਾਂ ਪੁਰਾਣਾਂ ਦੀ ਗੱਲ ਚੱਲ ਰਹੀ ਹੈ, ਤੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ, ਨਹੀਂ ਤੇ ਔਰੰਗਜ਼ੇਬ ਇਹ ਸਭ ਕੁਝ ਖਤਮ ਕਰਨ ਲੱਗਾ ਸੀ। ਇਹ ਕੋਈ ਅਤ ਕਥਨੀ ਨਹੀਂ ਹੈ। ਅੱਜ ਦਾ ਹਾਕਮ ਵੀ ਕਹਿੰਦਾ ਵੀ ਮੈਂ ਕੇਵਲ ਆਪਣੇ ਹਮ ਖਿਆਲੀਆਂ ਨੂੰ ਸਾਥ ਦੇਣਾ, ਦੂਜਿਆਂ ਨੂੰ ਨਹੀਂ। ਇਹ ਹੁੰਦਾ ਜਦੋਂ ਕੱਟੜਵਾਦੀ ਮੁਤਸਬੀ ਨੀਤੀ ਦਾ ਕੋਈ ਧਾਰਨੀ ਹੋਵੇ ਤੇ ਉਹ ਕਹਿੰਦਾ ਕੇਵਲ ਮੇਰੇ ਆਪਣੇ ਹੀ ਦਿਖਾਈ ਦੇਣੇ ਚਾਹੀਦੇ ਨੇ। ਔਰੰਗਜ਼ੇਬ ਕਹਿੰਦਾ ਸੀ ਮੈਂ ਕੇਵਲ ਇੱਕ ਧਰਮ ਦਾ ਬੋਲਬਾਲਾ ਰੱਖਣਾ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਦੀ ਸੰਸਕ੍ਰਿਤੀ ਨੂੰ ਬੁਲੰਦ ਰੱਖਣ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ, ਇੱਕੋ ਧਰਮ ਦੀ ਗੱਲ ਰਹਿੰਦੀ, ਅਨੇਕਤਾ ਵਲਾਏ ਜਾਤੀ। ਕੋਈ ਨਾ ਕਹਿੰਦਾ ਵੀ ਮੈਂ ਮੁਸਲਮਾਨ ਤੋਂ ਬਿਨਾਂ ਹਿੰਦੂ ਹਾਂ, ਈਸਾਈ ਹਾਂ ਜਾਂ ਕੋਈ ਹੋਰ ਹਾਂ। ਕੇਵਲ ਇੱਕੋ ਧਰਮ ਦਾ ਬੋਲਬਾਲਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਪਰਉਪਕਾਰ ਨਾ ਕਰਦੇ। ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ ਧਰਮ, ਤਸਕ ਜਾਤੇ ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਤਿਗੁਰਾਂ ਨੇ ਨੀਲੇ ਦੇ ਸ਼ਾਹ ਸਵਾਰ ਬਣ ਕੇ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਹੁੰਦਿਆਂ ਸੱਚਮੁੱਚ ਇਹਨਾਂ ਬਚਨਾਂ ਦੇ ਮੁਤਾਬਕ ਆਪਣੀ 42 ਸਾਲ ਦੀ ਕੁੱਲ ਉਮਰ ਦੇ ਵਿੱਚ ਬੜੇ ਪਰਉਪਕਾਰ ਕੀਤੇ। ਕਾਜ ਜਗਤ ਮੋ ਆਏ ਹਮ ਏ ਕਾਜ ਜਗਤ ਮੋ ਆਏ, ਕਾਜ ਜਗਤ ਮੋ ਆਏ ਹਮ ਏ ਕਾਜ ਜਗਤ ਮੋ ਆਏ, ਕਾਜ ਜਗਤ ਮੋ ਆਏ ਹਮ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ, ਧਰਮ ਹੇਤ ਗੁਰਦੇਵ ਪਠਾਏ, ਧਰਮ ਹੇਤ ਗੁਰਦੇਵ ਪਠਾਏ, ਧਰਮ ਹੇਤ ਗੁਰਦੇਵ ਪਠਾਏ। ਹੱਕ ਹੱਕ ਆਂਦੇਸ
ਹਕ ਹਕ ਆਦੇਸ। ਹਕ ਹਕ ਆਦੇਸ, ਹਕ ਹਕ ਆਦੇਸ। ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ। ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼, ਬਾਦਸ਼ਾਹ ਦਰਵੇਸ਼। ਬਾਦਸ਼ਾਹ ਦਰਵੇਸ਼, ਬਾਦਸ਼ਾਹ ਦਰਵੇਸ਼। ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ। ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ, ਕਿਉਂਕਿ ਅੱਜ ਸਮਾਂ 9 ਵਜੇ ਤੱਕ ਹੈ। 9 ਵਜੇ ਪੀਟੀਸੀ ਸਿਮਰਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅਲੌਕਿਕ ਜਲੌ ਅਤੇ ਗੁਰਬਾਣੀ ਕੀਰਤਨ ਦਾ ਜਿਹੜਾ ਪ੍ਰਸਾਰਨ ਹੈ ਉਹ ਚੱਲਣਾ ਹੈ। ਇਸੇ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋ ਕੇ ਦਿਨ ਭਰ ਵਿੱਚ ਦੀਵਾਨ ਸੱਜਣੇ ਨੇ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਤੇ ਤੁਕੀ। ਆਸਾ ਮਨਸਾ ਬੰਧਨੀ ਪਹਾਈ, ਕਰਮ ਧਰਮ ਬੰਧਕਾਰੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਅਗੰਮੀ ਵਾਕ ਸੋਰਠ ਰਾਗ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 635 ਅਤੇ 636 ਤੇ ਸ਼ੋਭਨੀਕ ਹਨ। ਅਸ਼ਟਪਦੀ ਹੋਣ ਕਰਕੇ ਸ਼ਬਦ ਦੇ 8 ਪਦੇ ਨੇ ਤੇ ਤੁਕੀ ਦਾ ਮਤਲਬ ਹੈ ਕਿ ਇੱਕ ਇੱਕ ਪਦੇ ਵਿੱਚ 3-3 ਤੁਕਾਂ ਨੇ। ਰਹਾਉ ਵਾਲਾ ਬੰਦ ਜੋ ਸ਼ਬਦ ਦਾ ਅੰਤਰੀ ਭਾਵ ਹੈ ਉੱਥੇ ਕੇਵਲ 2 ਤੁਕਾਂ ਹਨ, ਜਿਹਦੇ ਵਿੱਚ ਸਤਿਗੁਰੂ ਜੀ ਉਸ ਧਾਰਮਿਕ ਆਗੂ ਨੂੰ ਜਿਹੜਾ ਇਹ ਸਮਝਦਾ ਵੀ ਹੋਇਆ ਕਿ ਫੋਕਟ ਕਰਮ ਧਰਮ ਦਾ ਕੋਈ ਲਾਭ ਨਹੀਂ, ਫਿਰ ਵੀ ਆਪਣੀ ਪੂਜਾ ਪ੍ਰਤਿਸ਼ਠਾ ਲਈ ਮੋਹ ਮਾਇਆ ਦੇ ਲਾਲਚ ਲਈ ਲੋਕਾਂ ਨੂੰ ਤਤ ਨਾਲ ਜੋੜਨ ਦੀ ਬਜਾਏ ਕਰਮ ਕਾਂਡਾਂ ਤੇ ਪਖੰਡਵਾਦ ਨਾਲ ਜੋੜ ਰਿਹਾ ਸੀ। ਸਾਹਿਬ ਜੀ ਨੇ ਉਹਨੂੰ ਸੰਬੋਧਨ ਕਰਕੇ ਇਹ ਬਚਨ ਕਹੇ ਨੇ, ਸੁਣ ਪੰਡਿਤ ਕਰਮਾਕਾਰੀ। ਹੇ ਧਰਮੀ ਪੁਰਸ਼, ਹੇ ਪੰਡਿਤ, ਹੇ ਕਰਮ ਕਾਂਡ ਕਰਨ ਵਾਲੇ ਤੇ ਕਰਾਉਣ ਵਾਲੇ, ਹੇ ਪੰਡਿਤ ਤੂੰ ਸੁਣ। ਜਿਤ ਕਰਮ ਸੁਖ ਊਪਜੈ ਭਾਈ, ਸੋ ਆਤਮ ਤਤ ਵਿਚਾਰੀ ਰਹਾਓ। ਤੂੰ ਅਨੇਕਾਂ ਕਰਮ ਕਾਂਡ ਫੋਕਟ ਕਰਮ ਧਰਮ ਕਰ ਰਿਹਾ ਕਰਵਾ ਰਿਹਾ, ਪਰ ਉਹ ਕਰਮ ਜਿਹਦੇ ਨਾਲ ਆਤਮਿਕ ਸੁਖ ਪੈਦਾ ਹੋਵੇ ਉਹ ਉੱਤਮ ਕਰਮ ਹੈ ਪਰਮਾਤਮਾ ਦੀ ਵਿਚਾਰ, ਉਹ ਹੈ ਸ਼ੁਭ ਗੁਣਾਂ ਦੀ ਸਿਫਤ ਸਲਾਹ। ਤੇ ਜਦੋਂ ਆਤਮ ਤਤ ਦਾ ਅਰਥ ਹੈ ਆਤਮਾ ਦੇ ਮੂਲ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਸਿਫਤ ਸਲਾਹ ਕਰੇਗਾ, ਪਰਮੇਸ਼ਰ ਦੇ ਨਾਮ ਨਾਲ ਜੋੜੇਗਾ, ਇਹ ਸਭ ਤੋਂ ਉੱਤਮ ਕਰਮ ਹੈ। ਨਾਨਕ ਕਹਿ ਘਰ ਕੇਵਲ ਨਾਮ, ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਜਿਨੇ ਰੱਬ ਦੀ ਕੀਰਤੀ ਕਰ ਲਈ ਉਹਨੇ ਸਾਰੇ ਧਰਮ ਕਰਮ ਕਮਾ ਲਏ, ਤੇ ਜਿਨੇ ਸਾਰੇ ਧਰਮ ਕਰਮ ਕੀਤੇ ਪਰ ਰੱਬ ਦੀ ਕੀਰਤੀ ਨਾ ਕੀਤੀ, ਸਾਹਿਬ ਕਹਿਣ ਲੱਗੇ ਉਹਦਾ ਸਭ ਕੁਝ ਨਿਫਲ ਚਲਿਆ ਜਾਂਦਾ ਹੈ। ਤੀਰਥ ਕਰੈ ਬ੍ਰਤ ਪੁਨ ਰਾਖੈ, ਨੈ ਮਨੁਆ ਬਹ ਜਾਂਕੋ, ਨਿਫਲ ਧਰਮ ਤਾਹੇ ਤੋਂ ਮਾਨੋ, ਸਾਚ ਕਹਿਤ ਮੈਂ ਜਾਕੋ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਇਦੋਂ ਉੱਪਰ ਕਰਮ ਨਹੀਂ, ਇਹਦੇ ਤੋਂ ਅੱਗੇ ਕੋਈ ਗੱਲ ਨਹੀਂ, ਇਹ ਸਿਰੇ ਦੀ ਗੱਲ ਹੈ। ਜਦੋਂ ਸਰਬ ਸ਼ਕਤੀਮਾਨ ਰੱਬ ਦੀ ਪੂਜਾ ਨਾਲ ਆਪਾਂ ਜੁੜ ਜਾਵਾਂਗੇ ਉਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ। ਪਰ ਸਾਹਿਬ ਕਹਿੰਦੇ ਆ ਪੰਡਤ ਜੋ ਤੂੰ ਕਰ ਰਿਹਾ ਤੇ ਕਰਾ ਰਿਹਾ ਸੁਣ, ਉਹਦੇ ਨਾਲ ਕੀ ਹੋ ਰਿਹਾ, ਉਹ ਸੱਚਮੁੱਚ ਤੇਰੇ ਮਨ ਦੇ ਅੰਦਰ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਅਸਲ ਧਰਮ ਅਸਲ ਕਰਮ ਨਾਲੋਂ ਹਟ ਕੇ ਜਿਹੜੇ ਤੂੰ ਵਹਿਮਾਂ ਭਰਮਾਂ ਵਾਲੇ ਕਰਮ ਕਾਂਡਾਂ ਵਾਲੇ ਕਰਮ ਧਰਮ ਲੋਕਾਂ ਨੂੰ ਦ੍ਰਿੜ ਕਰਾ ਰਿਹਾ ਨਾ, ਇਹ ਕੇਵਲ ਮਾਇਆ ਆਦਿਕ ਦੇ ਫੁਰਨਿਆਂ ਦੀਆਂ ਆਸਾਂ ਤੇ ਬੰਧਨਾਂ ਵਿੱਚ ਜਕੜਨ ਦਾ ਸਬੱਬ ਬਣ ਰਹੇ ਨੇ। ਤੇ ਇਹ ਕਰਮ ਧਰਮ ਵੀ ਲੋਕਾਂ ਨੂੰ ਸੁਤੰਤਰ ਨਹੀਂ, ਆਜ਼ਾਦ ਨਹੀਂ, ਸਗੋਂ ਹੋਰ ਹੋਰ ਬੰਧਨਾਂ ਦੇ ਵਿੱਚ ਪਾਉਂਦੇ ਨੇ। ਕਿਉਂਕਿ ਬੰਧਨ ਕਰਮ ਧਰਮ ਹੋਂ ਕੀਆ, ਕੋਟ ਕਰਮ ਕਰੇ ਹੋਂ ਧਾਰੇ,
ਸ਼ਰਮ ਪਾਵੈ ਸਗਲੇ ਬਿਰਥਾਰੇ। ਜਿਹੜੇ ਜਿਹੜੇ ਕਰਮ ਤੂੰ ਕੇਵਲ ਵਿਖਾਵੇ ਦੀ ਮਾਤਰ ਕਰਦਾ ਹੈ, ਉਹ ਤੈਨੂੰ ਸਗੋਂ ਬੰਧਨਾਂ ਵਿੱਚ ਜਕੜ ਰਹੇ ਨੇ, ਤੈਨੂੰ ਸੁਤੰਤਰ ਨਹੀਂ ਕਰ ਰਹੇ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਇਹਨਾਂ ਕਰਮ ਕਾਂਡਾਂ ਦੇ ਮੁਤਾਬਕ ਤੂੰ ਆਖ ਰਿਹਾ ਕਿ ਪਾਪ ਤੇ ਪੁੰਨ ਦੇ ਮੁਤਾਬਕ ਜਗਤ ਜਿਹੜੇ ਜੀਵ ਨੇ ਇਹ ਫਿਰ ਜਨਮ ਲੈ ਕੇ ਆਉਂਦੇ ਨੇ। ਪਰ ਅਗਲੀ ਗੱਲ ਤੂੰ ਸਮਝਦਾ ਨਹੀਂ ਕਿ ਜਦੋਂ ਇਹ ਪਰਮਾਤਮਾ ਦੀ ਸਿਫਤ ਸਲਾਹ ਨਾਮ ਨਾਲੋਂ ਟੁੱਟ ਜਾਂਦੇ ਨੇ ਤੇ ਫਿਰ ਬਿਨਸੈ ਨਾਮ ਵਿਸਾਰੀ, ਇਹ ਨਾਮ ਨੂੰ ਵਿਸਾਰ ਕੇ ਆਤਮਕ ਮੌਤੇ ਮਰਦੇ ਹਨ। ਭਾਵ ਇਹ ਜਿਹੜਾ ਆਵਾਗਵਨ ਹੈ ਕਿ ਆਵਾਗਵਨ ਹੋਤ ਹੈ ਫੁਨ ਫੁਨ, ਇੱਕ ਦਿਨ ਦੇ ਵਿੱਚ ਹੀ ਬੰਦਾ ਆਤਮਕ ਮੌਤੇ ਮਰਦਾ, ਇਹਨੂੰ ਆਤਮਕ ਜੀਵਨ ਮਿਲਦਾ। ਇਹਦੇ ਬਾਰੇ ਸੋਚ, ਕਿਉਂਕਿ ਜਦੋਂ ਤੂੰ ਕਰਮ ਕਾਂਡਾਂ ਨਾਲ ਜੋੜ ਦਿੰਨਾ ਤੇ ਆਤਮਕ ਤਤ ਜਿਹੜਾ ਮੂਲ ਹੈ ਜਗਤ ਦਾ, ਉਹਦੀ ਸਿਫਤ ਸਲਾਹ ਤੋਂ ਲੋਕ ਹਟ ਜਾਂਦੇ ਨੇ। ਸੱਚਮੁੱਚ ਲੋਕਾਂ ਦਾ ਜੀਵਨ ਜਿਹੜਾ ਹੈ ਆਤਮਿਕ ਤੌਰ ਤੇ ਖਤਮ ਹੋ ਜਾਂਦਾ ਹੈ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਜਿਸ ਮਾਇਆ ਦੀ ਖਾਤਰ ਤੂੰ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਿਹਾ, ਤੂੰ ਸੋਚਦਾ ਵੀ ਜੇ ਸੱਚ ਧਰਮ ਦ੍ਰਿੜ ਕਰਾ ਦਿੱਤਾ ਤੇ ਫਿਰ ਮੇਰਾ ਹਲਵਾ ਮੰਡਾ, ਮੇਰੀ ਪੂਜਾ ਪ੍ਰਤਿਸ਼ਠਾ ਕਿਵੇਂ ਚੱਲੇਗੀ। ਸਭ ਕਹਿੰਦੇ ਇਸ ਮੋਹਣੀ ਮਾਇਆ ਨੇ, ਇਸ ਮਮਤਾ ਦੇ ਵਿੱਚ ਪੈ ਕੇ ਜਿਹੜੇ ਤੂੰ ਕਰਮ ਕਰ ਰਿਹਾ ਨਾ, ਇਹ ਕਰਮ ਸਭੇ ਵਿਕਾਰੀ, ਇਹ ਵੀ ਸਾਰੇ ਵਿਕਾਰ ਚਲੇ ਜਾਂਦੇ ਨੇ, ਕਿਉਂਕਿ ਇਹ ਫੋਕਟ ਕਰਮ ਨੇ। ਇਹਨਾਂ ਵਿੱਚੋਂ ਤੈਨੂੰ ਤਤ ਜਿਹੜਾ ਹੈ, ਅਸਲੀਅਤ ਜਿਹੜੀ ਹੈ, ਉਹ ਪ੍ਰਾਪਤ ਨਹੀਂ ਹੋਣੀ। ਸੁਣ ਪੰਡਤ ਕਰਮਾਕਾਰੀ, ਹੇ ਕਰਮਾਕਾਰੀ, ਹੇ ਕਰਮ ਕਾਂਡ ਕਰਨ ਵਾਲੇ ਤੇ ਕਰਾਉਣ ਵਾਲੇ ਪੰਡਤ ਤੂੰ ਸੁਣ। ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਜਿਸ ਕਰਮ ਦੇ ਨਾਲ ਆਤਮਿਕ ਸੁਖ, ਆਤਮਿਕ ਆਨੰਦ ਪ੍ਰਗਟ ਹੁੰਦਾ ਹੈ, ਉਹ ਹੈ ਆਤਮਾ ਦੇ ਮੂਲ ਪਰਮਾਤਮਾ ਦੇ ਨਾਮ ਦੀ ਵਿਚਾਰ। ਤੂੰ ਸਿਫਤ ਸਲਾਹ ਪਰਮੇਸ਼ਰ ਦੇ ਨਾਮ ਦੀ ਵਿਚਾਰ ਵਿੱਚ ਆਪ ਜੁੜ ਤੇ ਦੂਜਿਆਂ ਨੂੰ ਵੀ ਜੋੜ। ਸਤਿਗੁਰਾਂ ਨੇ ਡੰਕੇ ਦੀ ਚੋਟ ਤੇ ਬਚਨ ਕਹੇ ਨੇ, ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਵੀ ਏਕਾ ਬਾਤ ਵਖਾਨੈ, 10 ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨ ਲਿਆ। ਤੈਨੂੰ ਪਤਾ ਬੇਦਾਂ ਮੈਂ ਨਾਮ ਉੱਤਮ ਸੋ ਸੁਣੈ, ਨਾ ਹੀ ਫਿਰੈ ਜਿਉ ਬਿਤਾਲਿਆ। ਤੈਨੂੰ ਇਹ ਪਤਾ ਵੀ ਕਰਮ ਕਾਂਡਾਂ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਉੱਤਮ ਹੈ, ਪਰ ਤੂੰ ਬਿਤਾਲਾ ਹੋ ਕੇ ਤਾਲ ਤੋਂ ਖੁੰਝ ਕੇ ਕਰਮ ਕਾਂਡਾਂ ਵਿੱਚ ਪਿਆ ਹੋਇਆ ਤੇ ਦੂਜਿਆਂ ਨੂੰ ਵੀ ਸੱਚ ਧਰਮ ਨਾਲ ਨਹੀਂ ਜੋੜ ਰਿਹਾ। ਇਵੇਂ ਫਿਰ ਸਾਹਿਬ ਕਹਿ ਰਹੇ ਨੇ ਤੇਰਾ ਜੀਵਨ ਜਿਹੜਾ ਹੈ ਉਹ ਵਿਅਰਥ ਚਲਿਆ ਜਾਵੇਗਾ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੈ। ਜਿਨੇ ਤੈਨੂੰ ਕੀਤਾ, ਜਿਨੇ ਤੈਨੂੰ ਪੈਦਾ ਕਰਕੇ ਸੰਸਾਰ ਤੇ ਭੇਜਿਆ, ਉਹਨੂੰ ਤੂੰ ਵਿਸਾਰ ਦਿੱਤਾ। ਬਾਹਮਣ ਪੰਡਤ ਹੋ ਕੇ ਵੀ ਤੇਰਾ ਜਨਮ ਵਿਅਰਥ ਚਲਿਆ ਗਿਆ, ਕਿਉਂਕਿ ਤੂੰ ਉਸ ਰੱਬ ਨਾਲ ਨਾ ਜੁੜਿਆ ਤੇ ਨਾ ਜੋੜਿਆ। ਇਹ ਸੱਚ ਹੈ ਕਿ ਕਰਮ ਕਾਂਡ ਪਖੰਡਵਾਦ ਉਸ ਬ੍ਰਾਹਮਣ, ਉਸ ਪੰਡਤ ਨੂੰ ਪਤਾ ਹੈ ਫੋਕਟ ਹੈ, ਪਰ ਉਹ ਦੂਜਿਆਂ ਨੂੰ ਦੱਸ ਨਹੀਂ ਰਿਹਾ। ਸਾਹਿਬ ਕਹਿ ਰਹੇ ਨੇ ਐਵੇਂ ਆਪ ਵੀ ਤੂੰ ਖੁਆਰ ਹੋਵੇਂਗਾ, ਦੂਜਿਆਂ ਨੂੰ ਵੀ ਖੁਆਰ ਕਰੇਂਗਾ। ਰਹਾਉ ਸਾਸਤ ਭੇਦ ਬੱਕਾ ਖੜੋ ਭਾਈ, ਕਰਮ ਕਰੋ ਸੰਸਾਰੀ। ਰਹਾਉ ਵਾਲੇ ਬੰਦ ਭਾਵ ਜਿਹਦੇ ਵਿੱਚ ਅੰਤਰੀ ਭਾਵ ਹੈ। ਉਸ ਤੋਂ ਬਾਅਦ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਵੇਖ ਤੂੰ ਖੜੋ ਕੇ 6 ਸ਼ਾਸਤਰ 4 ਵੇਦ ਇਹਨਾਂ ਦੀ ਵਿਚਾਰ ਕਰਦਾ, ਪਰ ਕਰਮ ਕਰੋ ਸੰਸਾਰੀ। ਕਰਮ ਜਿਹੜੇ ਨੇ ਉਹ ਸੰਸਾਰੀ ਕਰਨੇ ਆ, ਭਾਵ ਜਿਹਦੇ ਵਿੱਚੋਂ ਤੈਨੂੰ ਪਰਮਾਤਮਾ ਨਿਰੰਕਾਰ ਨਾਲ ਜੁੜਨ ਦਾ ਬਲ ਨਹੀਂ ਮਿਲ ਰਿਹਾ। ਅਖੰਡ ਮੈਲ ਨਾ ਚੁਕਈ ਭਾਈ, ਅੰਤਰ ਮੈਲ ਵਿਕਾਰੀ। ਇਸ ਪਖੰਡ ਦੇ ਨਾਲ, ਇਹਨਾਂ ਕਰਮ ਕਾਂਡਾਂ ਦੇ ਨਾਲ ਹੀ ਭਾਈ ਅੰਦਰ ਦੀ ਮੈਲ ਨਹੀਂ ਦੂਰ ਹੋਣੀ, ਅੰਦਰ ਵਿਕਾਰਾਂ ਦੀ ਮੈਲ ਉਸੇ ਤਰ੍ਹਾਂ ਬਣੀ ਰਵੇਗੀ। ਜਿਨ ਬਿਦ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕਾ ਭਾਰੀ। ਇਹ ਪੰਡਤ ਤੂੰ ਵੇਖਿਆ ਹੋਵੇਗਾ ਮੱਕੜੀ ਆਪ ਹੀ ਜਾਲ ਬੁਣਦੀ ਹੈ ਤੇ ਆਪ ਹੀ ਸਿਰ ਭਰਨੇ ਉਹਦੇ ਵਿੱਚ ਉਲਟ ਕੇ ਫਿਰ ਖੁਆਰ ਹੋ ਕੇ ਖਤਮ ਹੋ ਜਾਂਦੀ ਹੈ। ਗੁਰਮਤਿ ਘਣੀ ਵਿਗੂਤੀ ਭਾਈ, ਦੂਜਾ ਭਾਏ ਖੁਆਈ। ਇੱਕ ਦੋ ਨਹੀਂ ਘਣੀ ਲੁਕਾਈ ਜਿਹੜੀ ਹੈ, ਇਹ ਭੈੜੀ ਮੱਤ ਦੇ ਵਿੱਚ ਫੋਕਟ ਕਰਮਾਂ ਵਿੱਚ ਜੁੜ ਕੇ ਵੇਖੋ ਖੁਆਰ ਹੋ ਰਹੀ ਹੈ, ਤੇ ਦੂਜੇ ਪਿਆਰ ਵਿੱਚ ਜੁੜ ਕੇ ਪਰਮਾਤਮਾ ਨਾਲੋਂ ਟੁੱਟ ਕੇ ਇਹ ਆਪਣੇ ਅਸਲੇ ਨਾਲੋਂ ਖੁੰਝੀ ਹੋਈ ਹੈ, ਭਾਵ ਖੁਆਰ ਹੋ ਰਹੀ ਹੈ, ਮਾਲਕ ਤੋਂ
ਦੂਰ ਜਾ ਕੇ। ਬਿਨ ਸਰਗੁਰ ਨਾਮ ਨ ਪਾਈਐ ਭਾਈ, ਬਿਨ ਨਾਮੈ ਭਰਮ ਨ ਜਾਈ। ਇਹ ਭਾਈ ਸਤਿਗੁਰੂ ਤੋਂ ਬਿਨਾ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੁੰਦਾ, ਤੇ ਨਾ ਹੀ ਨਾਮ ਤੋਂ ਬਿਨਾ ਜੀਵਨ ਦੀ ਜਿਹੜੀ ਭਟਕਣਾ ਹੈ ਉਹ ਖਤਮ ਹੁੰਦੀ ਹੈ। ਸਰਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਨ ਜਾਨ ਰਹਾਈ। ਜਿਹੜੇ ਜੀਵ ਸੱਚੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਨੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਭਾਵ ਸਤਿਗੁਰੂ ਦੀ ਸੇਵਾ ਵਿੱਚ ਲੱਗੇਗਾ ਤਾਂ ਸੁਖ ਪ੍ਰਾਪਤ ਹੋਵੇਗਾ, ਨਹੀਂ ਤਾਂ ਇਹ ਆਉਣ ਜਾਣ ਬਣਿਆ ਰਹਿਣਾ, ਭਟਕਣਾ ਖਤਮ ਨਹੀਂ ਹੋਣੀ। ਕਿਉਂਕਿ ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ, ਜੋ ਡੁਬੰਦੇ ਆਪ ਤਰਾਏ ਕਿੰਨਖੇ। ਜਿਹੜੇ ਆਪ ਹੀ ਕਰਮ ਕਾਂਡਾਂ ਵਿੱਚ ਡੁੱਬ ਗਏ ਉਹ ਦੂਜਿਆਂ ਨੂੰ ਕਿਵੇਂ ਪਾਰ ਕਰਨਗੇ। ਇਸ ਕਰਕੇ ਸਾਹਿਬ ਜੀ ਨੇ ਕਿਰਪਾ ਕੀਤੀ ਸੀ ਕਿ ਭਾਈ ਜੋ ਕਰਮ ਕਾਂਡਾਂ ਵਾਲਾ ਖਿਆਲ ਹੈ ਉਹ ਅਸੀਂ ਛੱਡ ਦਿੱਤਾ। ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾਂ ਛਾੜੇ ਦੋ। ਪੰਡਤ ਮੁੱਲਾਂ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਕਹਿਣ ਲੱਗੇ ਅਸੀਂ ਤੇ ਗੁਰੂ ਨੂੰ ਪੁੱਛ ਕੇ ਤੁਰਨਾ ਹੈ, ਕਿਉਂਕਿ ਗੁਰੂ ਨੂੰ ਪੁੱਛ ਕੇ ਤੁਰਾਂਗੇ ਤੇ ਜੀਵਨ ਸਫਲ ਹੋਵੇਗਾ। ਸਾਚ ਸਹਜ ਗੁਰ ਤੇ ਉਪਜੈ ਪਹਾਈ, ਮਨ ਨਿਰਮਲ ਸਾਚ ਸਮਾਈ। ਸਦਾ ਥਿਰ ਰਹਿਣ ਵਾਲੀ ਅਡੋਲਤਾ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਤੇ ਇਹ ਮਨ ਸਦਾ ਲਈ ਨਿਰਮਲ ਹੋ ਕੇ ਫਿਰ ਸੱਚੇ ਰੱਬ ਵਿੱਚ ਸਮਾ ਜਾਂਦਾ ਹੈ, ਜੁੜ ਜਾਂਦਾ। ਕਿਉਂਕਿ ਪਰਮਾਤਮਾ ਨਿਰਮਲ ਹੈ, ਉਹਦੇ ਵਿੱਚ ਮੈਲੇ ਕੁਚੈਲੇ ਜੀਵ ਲੀਨ ਨਹੀਂ ਹੋ ਸਕਣਗੇ। ਤੇ ਮੈਲ ਕਿਹੜੀ ਹੈ? ਸਾਹਿਬ ਕਹਿਣ ਲੱਗੇ ਇਹ ਮੈਲਾਂ ਨੇ ਛਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਬਿਖ ਮਲੰਗ, ਭਰਮ ਮੋਹੰ ਮਾਨ ਅਪਮਾਨੰ ਮਧਯੰਗ ਮਾਇਆ ਵਿਆਪਤੰ। ਕਿਸੇ ਨਾਲ ਛਲ ਕਰਨਾ, ਧੋਖਾ ਕਰਨਾ, ਨਿੰਦਿਆ ਕਰਨੀ, ਇਹ ਮੈਲਾਂ ਸਾਨੂੰ ਅੰਦਰ ਤੋਂ ਮੈਲੀਆਂ ਰੱਖਦੀਆਂ ਨੇ। ਤੇ ਸਭ ਤੋਂ ਵੱਡੀ ਮੈਲ ਕਿਹੜੀ ਹੈ? ਇਹ ਮਨ ਮੈਲਾ ਇੱਕ ਨਾ ਧਿਆਏ। ਜਦੋਂ ਇੱਕ ਨਾਲ ਅਸੀਂ ਨਹੀਂ ਜੁੜਦੇ ਉਦੋਂ ਅਸੀਂ ਅੰਦਰੋਂ ਮੈਲੇ ਹੋ ਜਾਂਦੇ ਹਾਂ। ਕਿਉਂਕਿ ਜਿਨ੍ਹਾਂ ਨਾਲ ਅਸੀਂ ਜੁੜਨ ਦਾ ਯਤਨ ਕਰਾਂਗੇ, ਸਾਹਿਬ ਕਹਿੰਦੇ ਮੈਲਾ ਬ੍ਰਹਮਾ ਮੈਲਾ ਇੰਦ, ਉਹ ਤਾਂ ਆਪ ਖੁਦ ਮੈਲੇ ਨੇ। ਕਿਸੇ ਨੂੰ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਬ੍ਰਹਮਾ ਵੱਡਾ ਅਖਾਇੰਦਾ, ਸਰਸਤੀ ਰੂਪ ਵੇਖ ਲੁਭਾਣਾ। ਉਹਨਾਂ ਨੂੰ ਤੇ ਆਪ ਮੈਲ ਲੱਗੀ ਹੋਈ ਹੈ। ਬ੍ਰਹਮਾ ਆਪਣੀ ਪੁੱਤਰੀ ਸਰਸਵਤੀ ਦੇ ਰੂਪ ਤੇ ਲੁਭਾਇਮਾਨ ਹੋ ਗਿਆ। ਕ੍ਰਿਸ਼ਨ ਜੀ ਨੇ ਪਾਰਜਾਤ ਗੋਪੀ ਨਾਲ ਛਲ ਕੀਤਾ। ਸਾਹਿਬ ਕਹਿੰਦੇ ਇਹ ਛਾਲ ਛਿੱਦਰ ਦੀਆਂ ਮੈਲਾਂ ਲੱਗੀਆਂ ਹੋਈਆਂ ਨੇ, ਤੇ ਮੈਲਿਆਂ ਨੂੰ ਪੂਜਣ ਨਾਲ ਨਿਰਮਲ ਨਹੀਂ ਹੋਵੋਗੇ। ਉਹ ਨਿਰਮਲ ਸੋ ਨਿਰਮਲ, ਨਿਰਮਲ ਹਰ ਗੁਣ ਗਾਵੇ। ਤੇ ਨਿਰਮਲ ਇੱਕੋ ਪਰਮਾਤਮਾ ਹੀ ਆ, ਜਿਹਨੂੰ ਮੈਲ ਨਹੀਂ ਲੱਗਦੀ। ਉਹਦੇ ਨਾਲ ਜੁੜ ਕੇ ਨਿਰਮਲ ਹੋਵਾਂਗੇ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਦਿਨ ਕਿਸੇ ਹਲਵਾਈ ਦੀ ਦੁਕਾਨ ਤੇ ਗਏ। ਕੀ ਵੇਖਿਆ ਕਿ ਕੋਲਾ ਅੱਗ ਵਿੱਚ ਪਿਆ, ਲਾਲ ਸੁਰਖ ਰੰਗ, ਉੱਪਰ ਨੂੰ ਉਛਲਿਆ ਤੇ ਭੁੜਕ ਕੇ ਧਰਤੀ ਤੇ ਡਿੱਗ ਪਿਆ। ਅੱਗ ਤੋਂ ਵੱਖ ਹੋਣ ਦੀ ਦੇਰ ਸੀ, ਬਿਲਕੁਲ ਕਾਲਾ ਸ਼ਾਹ ਹੋ ਗਿਆ। ਭਾਈ ਸਾਹਿਬ ਨੇ ਕੋਲਾ ਠੰਡਾ ਹੋਇਆ, ਉਹਨੂੰ ਚੁੱਕਿਆ, ਕਾਗਜ਼ ਵਿੱਚ ਲਪੇਟ ਕੇ ਜੇਬ ਵਿੱਚ ਪਾ ਕੇ ਘਰੇ ਲੈ ਆਏ। ਕਹਿਣ ਲੱਗੇ ਵੀ ਅੱਜ ਇੱਕ ਤਜਰਬਾ ਕਰਦੇ ਹਾਂ। ਇਹ ਕੋਲਾ ਲਾਲ ਰੰਗ ਦਾ ਸੀ, ਕਾਲਾ ਹੋ ਗਿਆ। ਵਧੀਆ ਤੋਂ ਵਧੀਆ ਅੰਗਰੇਜ਼ੀ ਸਾਬਣ ਖਰੀਦ ਕੇ ਲਿਆਂਦੇ, ਦੁੱਧ ਵਿੱਚ ਧੋਤਾ, ਦਹੀਂ ਵਿੱਚ ਮਲਿਆ, ਖੁੰਭ ਚਾੜ ਕੇ ਉਹਨੂੰ ਪਾ ਦੇ ਕੇ ਲਾਲ ਸੁਰਖ ਰੰਗ ਵਿੱਚ ਵੀ ਡੋਬਿਆ, ਪਰ ਉਹ ਅੱਗੇ ਤੋਂ ਵੀ ਕਾਲਾ ਹੋ ਗਿਆ। ਜਿਵੇਂ ਅੱਜ ਮਨੁੱਖ ਸੁੰਦਰਤਾ ਲਈ ਕਰੀਮਾਂ ਪਾਊਡਰਾਂ ਦਾ ਸਹਾਰਾ ਲੈਂਦਾ, ਕਈ ਬਿਊਟੀ ਪਾਰਲਰ ਜਾ ਕੇ ਕੇਸਾਂ ਦੀ ਬੇਅਦਬੀ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਸੁੰਦਰ ਬਣਨਾ ਚਾਹੁੰਦੇ ਨੇ। ਪਰ ਸਾਹਿਬ ਕਹਿੰਦੇ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਸਾਹਿਬ ਕਹਿੰਦੇ ਇਵੇਂ ਨਹੀਂ। ਭਾਈ ਵੀਰ ਸਿੰਘ ਹੋਣਾ ਨੇ ਤਜਰਬਾ ਲੋਕਾਂ ਦੇ ਸਾਹਮਣੇ ਰੱਖਿਆ ਕਿ ਜੇ ਕੋਲੇ ਨੂੰ ਤੁਸੀਂ ਕਾਲਖ ਤੋਂ ਬਚਾ ਕੇ ਫਿਰ ਲਾਲ ਸੁਰਖ ਰੰਗ ਵਿੱਚ ਤਬਦੀਲ ਕਰਨਾ, ਪਹਿਲਾਂ ਕਾਰਨ ਲੱਭੋ ਵੀ ਕਾਲਾ ਹੋਇਆ ਕਿਉਂ ਹੈ। ਉਹ ਆਪਣੇ ਧੁਰੇ ਨਾਲੋਂ, ਆਪਣੇ ਕੇਂਦਰ ਅੱਗ ਨਾਲੋਂ ਵਿਛੜਿਆ। ਕੋਈ ਲੋੜ ਨਹੀਂ ਇਹਨੂੰ ਸਾਬਣ ਵਿੱਚ ਧੋਣ ਦੀ, ਲਾਲ ਰੰਗ ਵਿੱਚ ਰੰਗਣ ਦੀ, ਦੁੱਧ ਦਹੀਂ ਵਿੱਚ ਮਾਂਜਣ ਦੀ। ਇਹਨੂੰ ਚੁੱਕ ਕੇ ਇਹਦੇ ਧੁਰੇ ਨਾਲ ਮਿਲਾ ਦਿਓ, ਇਹਦਾ ਪਹਿਲਾ ਰੰਗ ਵਾਪਸ ਆ ਜਾਵੇਗਾ। ਉਹਨਾਂ ਨੇ ਬੋਲ ਕੇ ਸਾਬਣ ਲਾਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸੇ ਵਟਾਇਆ। ਵਿਛੜ ਕੇ ਕਾਲਖ ਸੀ ਆਈ। ਅਸੀਂ ਰੱਬ ਤੋਂ ਵਿਛੜ ਕੇ ਅੰਦਰੋਂ ਮੈਲੇ ਹੋਏ ਹਾਂ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਇਹ ਕਾਲਖ, ਇਹ ਅੰਦਰ ਦਾ ਕਾਲਾਪਨ ਉਦੋਂ ਤੱਕ ਦੂਰ ਨਹੀਂ ਹੋਵੇਗਾ ਜਦੋਂ ਤੱਕ ਰੱਬ ਨਾਲ ਨਹੀਂ ਜੁੜਦੇ।
ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਬਸ ਉਸ ਰੱਬ ਨਾਲ ਜੁੜ ਜਾਓ, ਪਵਿੱਤਰ ਹੋ ਜਾਵੋਗੇ। ਗੁਰ ਸੇਵੇ ਸੋ ਬੂਝੈ ਪਹਾਈ, ਗੁਰ ਬਿਨ ਮਗ ਨਾ ਪਾਈ। ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗਦੇ ਹੈ ਭਾਈ, ਉਹ ਇਸ ਤੱਤ ਨੂੰ ਬੁੱਝਦੇ ਨੇ, ਤੇ ਗੁਰੂ ਤੋਂ ਬਿਨਾ ਅਸਲੀ ਮਗ, ਅਸਲੀ ਰਸਤਾ ਜਿਹੜਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖ ਖਾਈ। ਜਿਹਦੇ ਅੰਦਰ ਲੋਭ ਲਾਲਚ ਹੈ, ਉਹ ਕੀ ਕਰਮ ਕਰਦਾ ਹੈ ਭਾਵ ਉਹਦੇ ਕਰਮ ਧਰਮ ਦਾ ਕੋਈ ਫਾਇਦਾ ਨਹੀਂ, ਕਿਉਂਕਿ ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਸਭ ਕਹਿਣ ਲੱਗੇ ਉਹ ਝੂਠ ਬੋਲ ਕੇ ਜ਼ਹਿਰ ਖਾ ਰਿਹਾ ਹੈ। ਪੰਡਤ ਦਹੀਂ ਮਲੋਈਆ ਭਾਈ, ਵਿੱਚੋਂ ਨਿਕਲਾ ਤੱਥ। ਇਹ ਪੰਡਤ ਹੈ ਭਾਈ, ਜੇ ਦਹੀਂ ਨੂੰ ਰਿੜਕਾਂਗੇ ਤੇ ਵਿੱਚੋਂ ਮੱਖਣ ਨਿਕਲੇਗਾ, ਤੇ ਜੇ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤਾਂ ਉੱਥੋਂ ਕੀ ਮਿਲਣਾ? ਬਸ ਜਦੋਂ ਵੀ ਤੁਹਾਨੂੰ ਕੋਈ ਸੱਚੇ ਰੱਬ ਤੋਂ ਬਿਨਾਂ ਕਵੇ ਵੀ ਪਵਨ ਦੀ ਪੂਜਾ ਕਰੋ, ਵਰਨ ਦੀ ਪੂਜਾ ਕਰੋ, ਸੂਰਜ ਨੂੰ ਪੂਜੋ, ਤੇ ਆਹ ਤੁਕ ਚੇਤੇ ਕਰ ਲੋ, ਪੰਡਤ ਦਹੀਂ ਵਲੋਈਆ ਭਾਈ। ਰੱਬ ਦੀ ਪੂਜਾ ਦਹੀਂ ਨੂੰ ਰਿੜਕਣ ਦੇ ਬਰਾਬਰ ਹੈ, ਜਿਹਦੇ ਵਿੱਚੋਂ ਮਲਾਪ ਰੂਪੀ ਮੱਖਣ ਨਿਕਲਣਾ, ਤੇ ਬਾਕੀ ਫੋਕਟ ਕਰਮ ਜਿਹੜੇ ਨੇ ਉਹਨਾਂ ਦਾ ਕੋਈ ਲਾਭ ਨਹੀਂ ਹੈ। ਸਾਹਿਬ ਨੇ ਉਦਾਹਰਨ ਦਿੱਤੀ, ਪੰਡਤ ਦਹੀਂ ਵਲੋਈਆ ਭਾਈ, ਵਿੱਚੋਂ ਨਿਕਲਿਆ ਤੱਥ। ਦਹੀਂ ਨੂੰ ਮਥਲਾਂਗੇ ਤੇ ਰਿੜਕਾਂਗੇ, ਉਹਦੇ ਵਿੱਚੋਂ ਤੱਥ ਭਾਵ ਤਤ ਰੂਪੀ ਮੱਖਣ ਨਿਕਲੇਗਾ। ਜਲ ਮਥਿਆ ਜਲ ਦੇਖਿਆ ਭਾਈ, ਇਹੋ ਜਗ ਇਹਾ ਵੱਥ। ਪਰ ਪਾਣੀ ਨੂੰ ਮਥੀਏ, ਪਾਣੀ ਨੂੰ ਰਿੜਕੀਏ ਤੇ ਪਾਣੀ ਦੇਖਾਂਗੇ ਨਾ, ਪਾਣੀ ਵਿੱਚੋਂ ਕਦੇ ਮੱਖਣ ਥੋੜਾ ਨਿਕਲਣਾ। ਮਿਹਨਤ ਤਾਂ ਪਾਣੀ ਨੂੰ ਰਿੜਕਣ ਵਾਲਾ ਵੀ ਕਰ ਰਿਹਾ। ਜਿਹੜਾ ਰੱਬ ਦੀ ਪੂਜਾ ਛੱਡ ਕੇ ਕਰਮ ਕਾਂਡ ਕਰਦਾ, ਬੜੀ ਮਿਹਨਤ ਕਰਦਾ, ਪਰ ਉਹ ਮਿਹਨਤ ਕੇਵਲ ਥਕਾਵਟ ਬਣ ਜਾਂਦੀ ਹੈ, ਉਹਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਜਲ ਮਥੀਆ ਜਲ ਦੇਖਿਆ ਭਾਈ, ਇਹ ਜਗ ਇਹਾ ਵੱਥ। ਬਿਲਕੁਲ ਜਿਵੇਂ ਪਾਣੀ ਨੂੰ ਰਿੜਕਣ ਵਾਲਾ ਪਾਣੀ ਪ੍ਰਾਪਤ ਕਰੇਗਾ, ਜਗਤ ਦੇ ਵਿੱਚ ਬਹੁਤੇ ਜੀਵ ਦੁੱਧ ਰੂਪੀ ਦਹੀਂ ਰੂਪੀ ਪਰਮਾਤਮਾ ਦੀ ਬੰਦਗੀ ਕਰਨ ਦੀ ਬਜਾਏ ਤਤ ਰੂਪੀ ਮੱਖਣ ਨੂੰ ਪ੍ਰਾਪਤ ਕਰਨ ਲਈ ਫੋਕਟ ਕਰਮ ਕਾਂਡਾਂ ਦਾ ਪਾਣੀ ਹੀ ਪ੍ਰਾਪਤ ਕਰ ਰਹੇ ਨੇ। ਇਹ ਜਗ ਇਹਾ ਵੱਥ। ਜਗਤ ਦੇ ਹੱਥਾਂ ਵਿੱਚ ਇਹੋ ਵਸਤੂ ਭਾਵ ਪਾਣੀ ਆ ਰਿਹਾ ਹੈ, ਤਤ ਰੂਪੀ ਮੱਖਣ ਨਹੀਂ ਆ ਰਿਹਾ। ਗੁਰਬਨ ਭਰਮ ਵਗੁਚਿਆ ਭਾਈ, ਘਟ ਘਟ ਦਿਓ ਅਲਖ। ਗੁਰੂ ਤੋਂ ਬਿਨਾ ਭਟਕਣਾ ਦੇ ਵਿੱਚ ਪੈ ਕੇ ਖੁਆਰ ਹੀ ਹੋਈਦਾ ਹੈ ਭਾਈ। ਹਰ ਹਿਰਦੇ ਦੇ ਵਿੱਚ ਜਿਹੜਾ ਪ੍ਰਕਾਸ਼ ਰੂਪੀ ਪਰਮਾਤਮਾ ਹੈ, ਉਹਦੇ ਨਾਲ ਜੁੜਿਆ ਹੀ ਭਟਕਣਾ ਮੁੱਕਦੀ ਹੈ। ਇਹੋ ਜਗ ਤਾਗੋ ਸੂਤ ਕੋ ਭਾਈ, ਦਹ ਦਿਸ ਬਾਧੋ ਮਾਏ। ਇਹ ਭਾਈ, ਇਹ ਜਗਤ ਇੱਕ ਸੂਤਰ ਧਾਗੀ ਦੀ ਤਰ੍ਹਾਂ, ਜਿਹਨੂੰ ਦਸ਼ਾਂ ਦਿਸ਼ਾਵਾਂ ਵਿੱਚ ਮੋਹ ਮਾਇਆ ਦੀਆਂ ਗੰਢਾਂ ਦਿੱਤੀਆਂ ਨੇ। ਵੱਖ-ਵੱਖ ਤਰੀਕਿਆਂ ਨਾਲ ਇਹ ਜੀਵ ਨੂੰ ਆਕਰਸ਼ਿਤ ਕਰਕੇ ਆਪਣੇ ਵੱਲ ਖਿੱਚ ਰਹੀ ਹੈ। ਧਨ ਗੁਰ ਗਾਂਠ ਨ ਛੁਟਈ ਭਾਈ, ਥਾਕੇ ਕਰਮ ਕਮਾਏ। ਗੁਰੂ ਤੋਂ ਬਿਨਾ ਇਹ ਗੰਢਾਂ ਨਹੀਂ ਖੁੱਲਦੀਆਂ ਤੇ ਲੋਕ ਥੱਕ ਗਏ ਨੇ ਵਹਿਮ ਭਰਮ ਤੇ ਕਰਮ ਕਾਂਡ ਪਖੰਡਵਾਦ ਕਰਦਿਆਂ। ਇਹੋ ਜਗ ਭਰਮ ਪੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਇਹ ਜਗਤ ਐਵੇਂ ਫਿਰ ਭਟਕਣਾ ਵਿੱਚ ਪੈ ਕੇ ਭੁੱਲਿਆ ਹੋਇਆ, ਤੇ ਇਹਦੇ ਬਾਰੇ ਫਿਰ ਕੀ ਕਿਹਾ ਜਾ ਸਕਦਾ, ਕਿਉਂਕਿ ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ। ਕੀ ਕਹੀਏ ਉਹਨਾਂ ਦੇ ਬਾਰੇ, ਭਾਵ ਉਹਨਾਂ ਬਾਰੇ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਆ, ਜਿਹੜੇ ਰੱਬ ਤੋਂ ਟੁੱਟ ਕੇ ਕਰਮ ਕਾਂਡਾਂ ਵਿੱਚ ਪਖੰਡਵਾਦ ਵੱਲ ਪਏ ਨੇ। ਕਿਉਂਕਿ ਸੱਚਮੁੱਚ ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਹੈ ਵੀ ਜੇ ਜਿਉਂਦੇ ਜਾਗਦੇ ਲਾੜੇ ਨਾਲ ਲਾਵਾਂ ਫੇਰਾ ਹੋ ਰਹੇ ਹੋਣ ਤੇ ਕੋਈ ਦੋ ਚਾਰ ਗੱਲਾਂ ਕਹੀਆਂ ਜਾ ਸਕਦੀਆਂ, ਤੇ ਜੇ ਕੋਈ ਮੁਰਦੇ ਨਾਲ ਹੀ ਲਾਵਾਂ ਲੈਣ ਲੱਗ ਪਏ ਤੇ ਕੀ ਕਹਿਣਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਹੜੇ ਰੱਬ ਤੋਂ ਟੁੱਟਦੇ ਨੇ ਨਾ, ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਗੁਰਬਾਣੀ ਵਿੱਚ ਇਹ ਵੀ ਉਦਾਹਰਨ ਦਿੱਤੀ ਹੈ ਕਿ ਕੋਈ ਵਿਦਿਆਰਥੀ ਲਾਇਬ੍ਰੇਰੀ ਵਿੱਚ ਬੈਠ ਕੇ ਕਿਤਾਬਾਂ ਪੜ੍ਹੇ ਤੇ ਮੰਨਿਆ ਜਾ ਸਕਦਾ ਹੈ ਵੀ ਉਹਨੂੰ ਕਿਸੇ ਵੀਸੀ ਨੇ ਡੀਨ ਨੇ ਆ ਕੇ ਡਿਗਰੀ ਜਿਹੜੀ ਹੈ ਪ੍ਰਦਾਨ ਕਰਨੀ ਹੈ, ਪਰ ਕੋਈ ਚੂਹਾ ਸਾਰੀ ਰਾਤ ਜਾਗ ਕੇ ਕਿਤਾਬਾਂ ਟੁੱਕ ਕੇ ਢੇਰ ਲਾ ਦੇਵੇ ਤੇ ਉਹਨੂੰ ਕਦੇ ਡਿਗਰੀ ਮਿਲਦੀ ਹੈ? ਇਹ ਲੋਕ ਜਿਹੜੇ ਕਰਮ ਕਾਂਡ ਨੇ ਚੂਹੇ ਦੇ ਕਾਗਜ਼ ਟੁੱਕਣ ਦੀ ਤਰ੍ਹਾਂ ਕੰਮ ਕਰ ਰਹੇ ਨੇ। ਸਾਹਿਬ ਜੀ ਨੇ ਬਚਨ ਕਹੇ, ਸਾਕਤ ਕੀ ਅਵਰਦਾ ਜਾਏ ਬਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ।
ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਿੱਖਿਆ ਦਿੱਤੀ, ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਕੇ ਲੋਕਾਂ ਨੂੰ ਲੁੱਟਦੇ ਨੇ ਨਾ, ਸਾਹਿਬ ਕਹਿੰਦੇ ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪੱਤ ਖਵੈ ਹੈ। ਧਰਮ ਦੇ ਨਾਂ ਤੇ ਪਖੰਡ ਕਰੇਗਾ ਤੇ ਇੱਕ ਦਿਨ ਤੇਰੀ ਪੱਤ ਚਲੀ ਜਾਵੇਗੀ। ਸਾਹਿਬ ਨੇ ਸਿੱਖਿਆ ਦਿੱਤੀ, ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪੱਤ ਖਵੈ ਹੈ। ਕਾਹੇ ਕੋ ਲੋਗ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ। ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵਿਖੇ ਤੋਹਿ ਠੌਰ ਨਾ ਐ ਹੈ। ਚੇਤ ਰੇ ਚੇਤ ਅਚੇਤ ਮਹਾ ਜੜ, ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਇਵੇਂ ਫਿਰ ਸੱਚਮੁੱਚ ਗੁਰੂ ਤੋਂ ਬਿਨਾ ਇਹ ਗੰਢ ਖੁੱਲਦੀ ਨਹੀਂ ਤੇ ਸਾਰਾ ਜਗਤ ਇਵੇਂ ਭਰਮ ਭੁਲੇਖਿਆਂ ਵਿੱਚ ਪਿਆ ਰਹਿੰਦਾ। ਗੁਰ ਮਿਲਿਆ ਭਉ ਮਨ ਵਸੈ ਭਾਈ, ਪੈ ਮਰਨਾ ਸਚ ਲੇਖ। ਗੁਰੂ ਨੂੰ ਮਿਲ ਕੇ ਜਦੋਂ ਪ੍ਰਮਾਤਮਾ ਦਾ ਅਦਬ ਰੂਪੀ ਡਰ ਮਨ ਵਿੱਚ ਵਸਦਾ ਹੈ ਭਾਈ, ਫਿਰ ਪ੍ਰਮਾਤਮਾ ਦੇ ਡਰ ਨਾਲ ਜਦੋਂ ਮੋਹ ਮਾਇਆ ਵੱਲੋਂ ਜੀਵ ਆਪਣੇ ਆਪ ਨੂੰ ਮਾਰ ਲੈਂਦਾ ਨਾ, ਤੇ ਜਿਹੜੇ ਫਿਰ ਉਹ ਕਰਮ ਕਰਦਾ ਉਹਦੇ ਸੰਸਕਾਰਾਂ ਦੇ ਲੇਖ ਉਹਦੇ ਮਸਤਕ ਤੇ ਲਿਖੇ ਜਾਂਦੇ ਹਨ। ਮੱਜਣ ਦਾਨ ਚੰਗਿਆਈਆਂ ਭਾਈ, ਦਰਗਾਹ ਨਾਮ ਵਸੇਖ। ਪ੍ਰਭੂ ਦਾ ਨਾਮ ਹੀ ਚੰਗਾ ਇਸ਼ਨਾਨ ਦਾਨ ਤੇ ਚੰਗਿਆਈਆਂ ਨੇ, ਇਹਦੇ ਨਾਲ ਹੀ ਦਰਗਾਹ ਦੇ ਵਿੱਚ ਵਿਸ਼ੇਸ਼ਤਾ ਭਾਵ ਵਡਿਆਈ ਹੁੰਦੀ ਹੈ, ਮਹਾਨਤਾ ਮਿਲਦੀ ਹੈ ਜਿਹੜੇ ਨਾਮ ਨਾਲ ਜੁੜੇ ਹੋਣ। ਕਿਉਂਕਿ ਇਕਸ ਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ, ਇੱਕ ਰੱਬ ਦੇ ਨਾਮ ਤੋਂ ਬਿਨਾ, ਸੱਚੀ ਇਬਾਦਤ ਤੋਂ ਬਿਨਾ ਬਾਕੀ ਤੇ ਰਾਹ ਵਿੱਚ ਹੀ ਖੋ ਲਿਆ ਜਾਣਾ। ਕਿਉਂਕਿ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇਸ ਕਰਕੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਨਾਮ ਸਿਮਰਨ, ਪ੍ਰਭੂ ਦੀ ਇਬਾਦਤ ਕਰਕੇ ਹੀ ਸਤਿਕਾਰ ਹੋਣਾ ਹੈ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੁਕਾ ਭੇਖ। ਸਭ ਕਹਿੰਦੇ ਘਬਰਾਉਣ ਦੀ ਲੋੜ ਨਹੀਂ। ਜੇ ਕਿਤੇ ਮਨ ਹਾਥੀ ਦੇ ਵਾਂਗ ਅਵੈੜਾ ਹੋ ਕੇ ਵਿਗੜ ਗਿਆ ਨਾ, ਜਿਵੇਂ ਹਾਥੀ ਮਸਤ ਹੋ ਕੇ ਕੇਲਿਆਂ ਦੇ ਬਾਗ ਨੂੰ ਉਜਾੜ ਦਿੰਦਾ ਹੈ, ਤੇ ਉਦੋਂ ਇੱਕੋ ਹੀ ਤਰੀਕਾ ਵੀ ਜਿਹੜਾ ਮਹਾਵਤ ਹੈ ਨਾ, ਉਹਨੂੰ ਕੁੰਡਾ ਪਕੜਾ ਕੇ ਤੇ ਹਾਥੀ ਦੇ ਉੱਪਰ ਬਿਠਾ ਦਿਓ। ਉਹ ਜਦੋਂ ਕੁੰਡੇ ਦੀ ਸੱਟ ਮਾਰਦਾ ਨਾ, ਤੇ ਹਾਥੀ ਫਿਰ ਜਿੱਧਰ ਨੂੰ ਉਹ ਮਹਾਵਤ ਮੋੜਨਾ ਚਾਹਵੇ ਉਧਰ ਨੂੰ ਮੁੜ ਜਾਂਦਾ ਹੈ। ਇਸੇ ਤਰ੍ਹਾਂ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਗੁਰੂ ਮਹਾਵਤ ਦੀ ਤਰ੍ਹਾਂ ਗਿਆਨ ਦਾ ਸ਼ਬਦ ਦਾ ਕੁੰਡਾ ਜਿਨੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ, ਜਦੋਂ ਮਨ ਵਿੱਚ ਉਹ ਗਿਆਨ ਉਹ ਨਾਮ ਵਸ ਜਾਵੇ ਤੇ ਫਿਰ ਬੰਦਾ ਭੇਖਾਂ ਤੋਂ, ਵਹਿਮਾਂ ਭਰਮਾਂ ਤੋਂ, ਪਖੰਡਵਾਦ ਤੋਂ ਦੂਰ ਹੋ ਜਾਂਦਾ। ਇਹੋ ਤਨ ਹਾਟ ਸਰਾਫ ਕੋ ਭਾਈ, ਵਖਰ ਨਾਮ ਅਪਾਰ। ਇਹ ਸਰੀਰ ਜਿਹੜਾ ਹੈ ਉਸ ਸ਼ਾਹ ਪਰਮਾਤਮਾ ਦੀ ਹੱਟੀ ਹੈ, ਤੇ ਜਿਹਦੇ ਵਿੱਚ ਬੈਠ ਕੇ ਸੱਚੇ ਨਾਮ ਦਾ ਵਣਜ ਕਰਨਾ ਹੈ। ਸਤਿਗੁਰੂ ਸਾਹਿਬ ਜੀ ਨੇ 10 ਜਾਮਿਆਂ ਦੇ ਵਿੱਚ ਜਿਹੜਾ ਸੰਕਲਪ ਦ੍ਰਿੜ ਕਰਵਾਇਆ, ਬਾਅਦ ਵਿੱਚ ਵੀ ਅਸੀਂ ਵੇਖਦੇ ਹਾਂ ਗੁਰੂ ਕੇ ਸਿੱਖਾਂ ਨੇ, ਚਾਹੇ ਦੇਸ਼ ਕੌਮ ਦੀ ਰਾਖੀ ਦੀ ਗੱਲ ਹੋਵੇ, ਮਨੁੱਖਤਾ ਦੇ ਹੱਕ ਸੱਚ ਦੀ ਗੱਲ ਹੋਵੇ, ਚਾਹੇ ਆਪਣੇ ਗੁਰਧਾਮਾਂ ਦੀ ਖਾਤਰ, ਚਾਹੇ ਚਾਬੀਆਂ ਦਾ ਮੋਰਚਾ ਸੀ, ਜੈਤੋ ਦਾ ਮੋਰਚਾ ਸੀ, ਗੁਰੂ ਕੇ ਸਿੱਖ ਹਮੇਸ਼ਾ ਆਪਾ ਵਾਰ ਦੇ ਕੁਰਬਾਨ ਹੁੰਦੇ ਇਤਿਹਾਸ ਦੇ ਪੱਤਰਿਆਂ ਤੇ ਸਾਨੂੰ ਦਿਖਾਈ ਦਿੰਦੇ ਨੇ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਪ੍ਰਦਾਨ ਕੀਤੀ ਹੈ ਕਿ ਉਹ ਸਰੀਰਕ ਜੀਵਨ ਜਿਹਦੇ ਵਿੱਚੋਂ ਅਣਖ ਤੇ ਗੈਰਤ ਖਤਮ ਹੋ ਜਾਵੇ, ਉਹ ਮੌਤ ਨਾਲੋਂ ਵੀ ਬਦਤਰ ਹੈ। ਪਰ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪੀਏ, ਫਿਰ ਸਾਹਿਬ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਹੜੇ ਰੱਬ ਨੂੰ ਸਿਮਰਦੇ ਨੇ ਉਹ ਮਰ ਕੇ ਵੀ ਜਿਉਂਦੇ ਵੇਖੇ ਹਨ। ਇਹੋ ਵਖਰ ਵਪਾਰ ਸੋ ਦ੍ਰਿੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਇਹ ਨਾਮ ਰੂਪੀ ਵਸਤੂ ਉਹੀਓ ਵਪਾਰੀ ਦ੍ਰਿੜ ਕਰਦਾ, ਇਹ ਵਖਰ ਵਪਾਰੀ ਸੋ ਦ੍ਰਿੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਜਿਹੜਾ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ, ਪਖੰਡਵਾਦ ਤੋਂ ਉੱਪਰ ਉੱਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਗਿਆ। ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਇਹ ਨਾਨਕ ਐਸਾ ਵਪਾਰੀ, ਐਸਾ ਵਣਜ ਕਰਨ ਵਾਲਾ, ਨਾਮ ਦਾ ਵਣਜਾਰਾ ਧੰਤਾ ਜੋਗ ਹੈ, ਜਿਹੜਾ ਗੁਰੂ ਕੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਵਣਜ ਕਰਦਾ। ਸਾਹਿਬ ਕਹਿੰਦੇ ਵਣਜਾਰਿਆਂ ਸਿਓ ਵਣਜ ਕਰ, ਲੈ ਲਾਹਾ ਮਨ ਹੱਸ। ਜਦੋਂ ਗੁਰੂ ਕੇ ਸੰਗਤ ਰੂਪੀ ਵਣਜਾਰਿਆਂ ਨਾਲ ਮਿਲ ਕੇ ਨਾਮ ਦਾ ਵਣਜ ਕਰੇਗਾ,
ਇਹ ਖੱਟੀ ਖੱਟ ਕੇ ਫਿਰ ਖੁਸ਼ ਹੋ ਕੇ ਆਨੰਦ ਸਹਿਤ ਤੂੰ ਸੁਰਖਰੂ ਹੋ ਕੇ ਮਾਲਕ ਦੇ ਦਰ ਤੇ ਪਹੁੰਚੇਗਾ। ਸਤਿਗੁਰੂ ਕਿਰਪਾ ਕਰਨ। ਜਿੱਥੇ ਦਸ਼ਮੇਸ਼ ਪਿਤਾ ਜੀ ਦੇ ਪਰਉਪਕਾਰਾਂ ਬਾਰੇ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ, ਪਾਵਨ ਮੁੱਖ ਵਾਗ ਦੀ ਵਿਚਾਰ, ਅਤੇ ਅੱਜ ਜੋ ਚਾਬੀਆਂ ਦਾ ਮੋਰਚਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਇੱਥੇ ਤੱਕ ਕਿ ਜਿਹੜੇ ਅੱਜ ਕਹਿ ਰਹੇ ਨੇ ਵੀ ਕਿਸਾਨ ਤਾਂ ਸਾਰੇ ਦੇਸ਼ ਵਿੱਚ ਨੇ ਪਰ ਕੇਵਲ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕਿਉਂ ਹੇਜ ਆਇਆ? ਨਹੀਂ, ਜਲਿਆਂਵਾਲੇ ਬਾਗ ਵਿੱਚ ਜਦੋਂ ਜਰਨਲ ਡਾਇਰ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ, ਉਦੋਂ ਵੀ ਪੰਜਾਬੀ ਅੱਗੇ ਆਏ ਸਨ। ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਜਿਹੜੀਆਂ ਉਹ ਪੰਜਾਬੀਆਂ ਦੀਆਂ ਨੇ, ਬਾਕੀ ਕੇਵਲ 10% ਨੇ। ਇਸ ਕਰਕੇ ਜਦੋਂ ਵੀ ਹੱਕ ਸੱਚ ਦੀ ਗੱਲ ਆਉਂਦੀ ਹੈ, ਚਾਹੇ ਕੋਈ ਬਾਹਰਲੇ ਦੇਸ਼ ਹਮਲਾਵਰ ਬਣ ਕੇ ਆਉਂਦੇ ਨੇ, ਪੰਜਾਬ ਦੀ ਛਾਤੀ ਤੋਂ ਲੰਘ ਕੇ ਜਾਂਦੇ ਨੇ, ਪੰਜਾਬ ਛਾਤੀ ਤਾਣ ਕੇ ਅੱਗੇ ਖੜੋ ਜਾਂਦਾ ਦੇਸ਼ ਦੀ ਰਾਖੀ ਵਾਸਤੇ। ਤੇ ਅੱਜ ਵੀ ਕਿਸਾਨੀ ਹੱਕਾਂ ਲਈ, ਹੱਕ ਸੱਚ ਲਈ ਔਰ ਕਾਲੇ ਕਾਨੂੰਨਾਂ ਦੇ ਵਿਰੁੱਧ ਵਿੱਚ ਜੇ ਪੰਜਾਬ ਦੇ ਲੋਕ ਡਟੇ ਨੇ, ਉਹਨਾਂ ਵਿੱਚ ਗੁਰੂ ਕੇ ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਮਾਨ, ਈਸਾਈ ਵੀ ਨੇ, ਸਾਰੇ ਨੇ, ਕਿਉਂਕਿ ਕਿਸਾਨ, ਮਜ਼ਦੂਰ ਤੇ ਦੁਕਾਨਦਾਰ ਸਾਰੇ ਇਹਨਾਂ ਕਾਲੇ ਕਾਨੂੰਨਾਂ ਨਾਲ ਪ੍ਰਭਾਵਿਤ ਹੋ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਸਾਡੇ ਮਨਾਂ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ, ਸਤਿਗੁਰਾਂ ਦੇ ਪਰ ਉਪਕਾਰਾਂ ਦੀ ਮਹਿਮਾ ਵਸ ਜਾਵੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬੇਅੰਤ ਬੇਅੰਤ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਫਿਰ ਇੱਕ ਵਾਰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਅਤੇ ਅਲੌਕਿਕ ਜਲੌ ਦਾ ਸਿੱਧਾ ਪ੍ਰਸਾਰਨ PTC ਸਿਮਰਨ ਤੇ ਆਵੇਗਾ। ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਸ੍ਰੀ ਅਖੰਡ ਪਾਠਾਂ ਸਾਹਿਬ ਦਾ ਸਥਾਨ ਕਮਰੇ ਬਣੇ ਹੋਏ ਨੇ, ਉੱਥੇ ਤਕਰੀਬਨ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਣੀ ਹੈ। ਦਿਨ ਵਿੱਚ ਦੀਵਾਨ ਸਜਾਏ ਜਾਣਗੇ। ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਇਹੋ ਤਨ ਹਾਟ ਸਰਾਫ ਕੋ ਭਾਈ, ਵਖਰ ਨਾਮ ਅਪਾਰ। ਇਹੋ ਵਖਰ ਵਪਾਰੀ ਸੋ ਦ੍ਰਿੜ ਭਾਈ, ਗੁਰ ਸ਼ਬਦ ਕਰੇ ਵਿਚਾਰ। ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।